ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਹੀ ਪਿਆਰੇ YouTube ਚੈਨਲ ਆਰਕੇ ਸਟੱਡੀ ਐਗਜ਼ਾਮ ਦੇ ਵਿੱਚ। ਸੋ ਦੋਸਤੋ, ਇਸ ਕਲਾਸ ਦੇ ਵਿੱਚ ਅੱਜ ਆਪਾਂ ਪੰਜਾਬ ਦੀ ਕਰੰਟ ਅਫੇਅਰ ਡਿਸਕਸ ਕਰਾਂਗੇ। ਯਾਨੀ ਕਿ ਆਪਾਂ ਨੇ ਜੋ 1 ਅਗਸਤ ਤੋਂ 15 ਅਗਸਤ ਤੱਕ ਜੋ ਕਰੰਟ ਅਫੇਅਰ ਡਿਸਕਸ ਕੀਤੀ ਸੀ ਉਸ ਦਾ ਟੈਸਟ ਲਗਾਵਾਂਗੇ ਆਪਾਂ, ਤਾਂ ਜੋ 1 ਮਹੀਨੇ ਦੀ ਜੋ ਕਰੰਟ ਅਫੇਅਰ ਇਕੱਠੀ ਹੋ ਜਾਂਦੀ ਹੈ ਤਾਂ ਉਹ ਯਾਦ ਕਰਨੀ ਥੋੜੀ ਮੁਸ਼ਕਿਲ ਹੋ ਜਾਂਦੀ ਹੈ। ਜੇਕਰ ਤੁਸੀਂ 15 ਦਿਨ ਦੀ ਯਾਦ ਕਰੋਗੇ ਤਾਂ ਆਸਾਨੀ ਹੋ ਜਾਏਗੀ, ਠੀਕ ਹੈ। ਤੇ ਜਿਨ੍ਹਾਂ ਨੇ ਡੇਲੀ ਵੀਡੀਓ ਵੇਖੀ ਹੋਣੀ ਹੈ ਤਾਂ ਉਹਨਾਂ ਨੂੰ ਲਗਭਗ ਯਾਦ ਹੋਣੇ ਸਾਰੇ ਕੁਐਸਚਨ, ਤਾਂ ਤੁਸੀਂ ਟੈਸਟ ਲਗਾ ਲਿਓ। ਸੋ ਵੀਡੀਓ ਬਹੁਤ ਜ਼ਿਆਦਾ ਹੈਲਪਫੁਲ ਹੋਏਗੀ ਤੇ ਤੁਹਾਨੂੰ ਇਸ ਦੀ PDF ਟੈਲੀਗ੍ਰਾਮ ਚੈਨਲ ਦੇ ਉੱਪਰ ਮਿਲ ਜੇਗੀ। ਸੋ ਟੈਲੀਗ੍ਰਾਮ ਚੈਨਲ ਦਾ ਲਿੰਕ ਜਿਹੜੀ ਉਹ ਡਿਸਕ੍ਰਿਪਸ਼ਨ ਦਿੱਤਾ ਹੋਇਆ ਤੇ ਬਿਨਾਂ ਟਾਈਮ ਵੇਸਟ ਕਰਵਾਏ ਸੋ ਅੱਜ ਦੀ ਕਲਾਸ ਨੂੰ ਆਪਾਂ ਸਟਾਰਟ ਕਰਦੇ ਹਾਂ। ਦੇਖੋ, ਆਪਣੇ ਕੋਲ ਫਸਟ ਕੁਐਸਚਨ ਹੈ, NGT ਵੱਲੋਂ ਕਿਸ ਰਾਜ ਦੇ ਪ੍ਰਦੂਸ਼ਣ ਰੋਕਥਾਮ ਬੋਰਡ ਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਤੇ NGT ਕੀ ਹੈ ਗਾइस? ਸੋ ਇਸ ਦੀ ਫੁੱਲ ਫਾਰਮ ਹੈ ਨੈਸ਼ਨਲ ਗ੍ਰੀਨ ਟ੍ਰਿਬਿਊਨਲ, ਠੀਕ ਹੈ, ਸੰਸਥਾ ਹੈ। ਤੇ ਇਸ ਦੇ ਦੁਆਰਾ ਸੋ ਪੰਜਾਬ ਤੇ ਆਪਸ਼ਨ ਨੰਬਰ A ਰਾਈਟ ਆਂਸਰ ਹੋਏਗਾ। ਪੰਜਾਬ ਤੇ ਗਾइस ਸੋ ਪ੍ਰਦੂਸ਼ਣ ਰੋਕਥਾਮ ਬੋਰਡ ਹੈ, ਉਸ ਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਤੇ ਜੋ ਕਿ NGT ਹੈ ਸੰਸਥਾ ਹੈ, ਜੋ ਕਿ ਉਸ ਦੇ ਚੇਅਰਪਰਸਨ ਨੇ ਆਦਰਸ਼ ਕੁਮਾਰ ਗੋਇਲ, ਠੀਕ ਹੈ। ਸੋ ਉਹਨਾਂ ਨੇ ਬਿਆਨ ਦੱਸਿਆ ਸੀ ਕਿ ਜੋ ਬੋਰਡ ਸੀ ਸੋ ਪੰਜਾਬ ਦਾ ਪ੍ਰਦੂਸ਼ਣ ਰੋਕਥਾਮ ਬੋਰਡ, ਸੋ ਉਹਨਾਂ ਨੇ ਕੁਝ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਸੀ ਤੇ ਉਹਨਾਂ ਨਿਯਮਾਂ ਨੂੰ ਲੈ ਕੇ ਸੋ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਸੋ ਪੰਜਾਬ ਦੇ ਉੱਪਰ, ਠੀਕ ਹੈ। ਸੋ ਇਹ ਯਾਦ ਰੱਖਣਾ ਹੈ। ਤੇ NGT ਦੇ ਜੋ ਚੇਅਰਪਰਸਨ ਨੇ ਸੋ ਆਦਰਸ਼ ਕੁਮਾਰ ਗੋਇਲ, ਸੋ ਵੀ ਨੋਟ ਰੱਖਿਓ। ਨੈਕਸਟ ਕੁਐਸਚਨ ਹੈ ਗਾइस, ਨਬਾਰਡ ਨੇ ਕਿਸ ਰਾਜ ਦੇ ਜ਼ਿਲ੍ਹਿਆਂ ਦੇ ਵਿੱਚ ਪੀਣ ਵਾਲੇ ਪਾਣੀ ਦੇ ਪ੍ਰੋਜੈਕਟਾਂ ਦੇ ਲਈ 445.99 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਹੈ। ਤਾਂ ਗਾइस ਨਬਾਰਡ ਨੇ ਦਿੱਤੀ ਹੈ ਆਪਣੇ ਪੰਜਾਬ ਦੇ ਲਈ। ਸੋ ਰਾਈਟ ਆਂਸਰ ਕਿਹੜਾ ਹੋਏਗਾ? ਆਪਸ਼ਨ ਨੰਬਰ C ਰਾਈਟ ਹੋਏਗਾ। ਸੋ ਪੰਜਾਬ ਦੇ ਲਈ ਦਿੱਤੀ ਹੈ ਉਹ ਰਕਮ ਸੋ ਪਾਣੀ ਦੇ ਪ੍ਰੋਜੈਕਟਾਂ ਦੇ ਲਈ। ਆਊਟ ਡਿਟੇਲ ਦੇ ਵਿੱਚ ਕੁਐਸਚਨ ਤੁਹਾਨੂੰ ਸਮਝਾਉਣੇ ਆ। ਸੋ ਕਿਹੜੇ ਆਪਣੇ ਜੋ ਪੰਜਾਬ ਦੇ ਸ਼ਹਿਰ ਨੇ, ਜ਼ਿਲ੍ਹੇ ਨੇ। ਦੇਖੋ, ਜੋ ਪੰਜਾਬ ਖੇਤੀਬਾੜੀ ਅਤੇ ਪੇਂਡੂ ਵਿਕਾਸ ਲਈ ਨੈਸ਼ਨਲ ਬੈਂਕ ਨਬਾਰਡ ਨੇ ਹਾਲ ਹੀ ਵਿੱਚ ਪੰਜਾਬ ਦੇ ਫਿਰੋਜ਼ਪੁਰ ਆ ਗਿਆ, ਫਾਜ਼ਿਲਕਾ, ਹੁਸ਼ਿਆਰਪੁਰ ਅਤੇ ਰੂਪਨਗਰ, ਸੋ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਨਿਧੀ ਪੇਂਡੂ ਬੁਨਿਆਦੀ ਢਾਂਚਾ ਵਿਕਾਸ ਅਧੀਨ ਪੀਣ ਵਾਲੇ ਪਾਣੀ ਦੇ ਪ੍ਰੋਜੈਕਟਾਂ ਦੇ ਲਈ 445.99 ਕਰੋੜ ਰੁਪਏ ਦੀ ਜੋ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰੋਜੈਕਟਾਂ ਦੇ ਤਹਿਤ ਖਪਤਦਾਰ ਨੂੰ ਘਰੇਲੂ ਨਲ ਰਾਹੀਂ ਪ੍ਰਤੀ ਦਿਨ 70 ਲੀਟਰ ਪਾਣੀ ਜੋ ਪੀਣ ਵਾਲੇ ਪਾਣੀ ਜੋ ਮੁਹੱਈਆ ਕਰਵਾਇਆ ਜਾਵੇਗਾ। ਸੋ ਇਸ ਯੋਜਨਾ ਦੇ ਤਹਿਤ ਤਾਂ ਇਹ ਨੋਟ ਰੱਖਣਾ ਗਾइस, ਕਿਹੜੇ ਜ਼ਿਲ੍ਹੇ ਨੇ? ਫਿਰੋਜ਼ਪੁਰ, ਫਾਜ਼ਿਲਕਾ, ਹੁਸ਼ਿਆਰਪੁਰ ਅਤੇ ਰੂਪਨਗਰ। ਤੇ ਜੋ ਰਕਮ ਅਲਾਟ ਕੀਤੀ ਗਈ ਹੈ 445.99 ਕਰੋੜ ਤੇ ਨਬਾਰਡ ਵੱਲੋਂ ਕੀਤੀ ਗਈ ਹੈ ਸੋ ਪ੍ਰਤੀ ਦਿਨ 70 ਲੀਟਰ ਪਾਣੀ ਜੋ ਮੁਹੱਈਆ ਕਰਵਾਇਆ ਜਾਵੇਗਾ, ਠੀਕ ਹੈ। ਸੋ ਇੰਪੋਰਟੈਂਟ ਕੁਐਸਚਨ ਹੈ, ਸੋ ਯਾਦ ਰੱਖਣਾ ਹੈ। ਨੈਕਸਟ ਵੇਖੋ ਕੁਐਸਚਨ, ਕੇਂਦਰ ਸਰਕਾਰ ਨੇ ਕਿਸ ਐਜੂਕੇਸ਼ਨ ਖੇਤਰ ਦੇ ਵਿੱਚ OBC ਨੂੰ 27% ਅਤੇ EWS ਨੂੰ 10% ਆਰਕਸ਼ਣ ਜੋ ਦੇਣ ਦੀ ਘੋਸ਼ਣਾ ਕੀਤੀ ਹੈ। ਤਾਂ ਜੋ ਗਾइस ਇਹ ਰਾਖਵਾਂਕਰਨ ਹੈ ਸੋ ਇਹ ਮੈਡੀਕਲ ਸਿੱਖਿਆ ਦੇ ਵਿੱਚ ਦੇਣ ਦੀ ਘੋਸ਼ਣਾ ਕੀਤੀ ਹੈ ਕੇਂਦਰ ਸਰਕਾਰ ਨੇ। ਸੋ ਰਾਈਟ ਆਂਸਰ ਕਿਹੜਾ ਹੋਏਗਾ? ਆਪਸ਼ਨ ਨੰਬਰ C ਰਾਈਟ ਹੋਏਗਾ, ਮੈਡੀਕਲ ਸਿੱਖਿਆ ਦੇ ਵਿੱਚ। ਹੋਰ ਇਸ ਦੇ ਵਿੱਚ ਕੀ ਦੱਸਿਆ ਗਿਆ? ਤਾਂ ਦੇਖੋ, ਤੁਹਾਨੂੰ ਕੁਐਸਚਨ ਸਮਝਾਉਂਦੇ ਹਾਂ। ਸੋ ਆਨਸਰ ਦੇ ਵਿੱਚ ਕੇਂਦਰ ਸਰਕਾਰ ਨੇ ਹਾਲ ਹੀ ਦੇ ਵਿੱਚ ਮੈਡੀਕਲ ਸਿੱਖਿਆ ਦੇ ਵਿੱਚ ਹੋਰ ਪਛੜੀ ਸ਼੍ਰੇਣੀਆਂ ਜਿਵੇਂ ਕਿ OBC ਹੈ ਜੋ ਅਦਰ ਬੈਕਵਰਡ ਕਲਾਸ, ਉਸ ਦੇ ਲਈ 27% ਅਤੇ ਆਰਥਿਕ ਤੌਰ 'ਤੇ ਪਛੜੇ EWS ਵਰਗ ਦੇ ਲਈ 10% ਰਾਖਵਾਂਕਰਨ ਦਾ ਐਲਾਨ ਕੀਤਾ ਹੈ। ਸਰਕਾਰ ਨੇ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਮੈਡੀਕਲ ਅਤੇ ਡੈਂਟਲ ਕੋਰਸਾਂ ਦੇ ਲਈ ਆਲ ਇੰਡੀਆ ਕੋਟੀ ਦੀਆਂ ਸੀਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਦੇ ਇਸ ਫੈਸਲੇ ਦੇ ਨਾਲ ਲਗਭਗ 5550 ਵਿਦਿਆਰਥੀਆਂ ਨੂੰ ਲਾਭ ਹੋਏਗਾ, ਠੀਕ ਹੈ। ਸੋ ਜਾਣਕਾਰੀ ਨੋਟ ਰੱਖਣੀ ਹੈ। ਨੈਕਸਟ ਆ ਗਿਆ ਕੁਐਸਚਨ ਆਪਣੇ ਕੋਲ, ਭਾਰਤ ਦੁਆਰਾ ਕਿਹੜੀ ਸਰੀਰਕ ਮਾਪਦੰਡ ਨਿਗਰਾਨੀ ਪ੍ਰਣਾਲੀ ਹੈ ਜੋ ਕੋਵਿਡ ਵੀਪ ਇਹ ਲਾਂਚ ਕੀਤੀ ਗਈ ਹੈ। ਤਾਂ ਗਾइस ਇਹ ਸਰੀਰਕ ਦੀ ਮਾਪਦੰਡ ਨਿਗਰਾਨੀ ਪ੍ਰਣਾਲੀ ਜੋ ਲਾਂਚ ਕੀਤੀ ਗਈ ਹੈ ਕੋਵਿਡ ਵੀਪ, ਸੋ ਇਹ ਪਹਿਲੀ ਹੋਏਗੀ ਗਾइस। ਆਪਸ਼ਨ ਨੰਬਰ A ਰਾਈਟ ਆਂਸਰ ਹੈ, ਫਸਟ ਹੈ। ਸੋ ਪਹਿਲੀ ਭਾਰਤ ਸਰਕਾਰ ਦੁਆਰਾ ਇਹ ਲਾਂਚ ਕੀਤੀ ਗਈ ਹੈ ਕੋਵਿਡ ਵੀਪ। ਸੋ ਇਸ ਦਾ ਕੀ ਉਦੇਸ਼ ਦੱਸਿਆ ਗਿਆ ਹੈ? ਤਾਂ ਵੇਖੋ ਗਾइस, ਇਹ ਹਾਲ ਹੀ ਦੇ ਵਿੱਚ ਭਾਰਤੀ ਪਹਿਲੀ ਸਰੀਰਕ ਪੈਰਾਮੀਟਰ ਨਿਗਰਾਨੀ ਪ੍ਰਣਾਲੀ ਕੋਵਿਡ ਵੀਪ ਲਾਂਚ ਕੀਤੀ ਗਈ ਹੈ। ਇਹ ਸਵਦੇਸ਼ੀ ਨਿਰਮਿਤ ਵਾਇਰਲੈਸ ਫਿਜ਼ੀਓਲੋਜੀਕਲ ਪੈਰਾਮੀਟਰ ਨਿਗਰਾਨੀ ਪ੍ਰਣਾਲੀ ਦੀ ਪਹਿਲੀ ਲਾਗਤ ਪ੍ਰਭਾਵਸ਼ਾਲੀ ਪ੍ਰਣਾਲੀ ਹੈ, ਠੀਕ ਹੈ। ਸੋ ਪਹਿਲੀ ਲਾਗਤ ਵਾਲੀ ਹੈ ਇਹ ਜੋ ਕਿ ਕੋਵਿਡ ਵੀਪ ਹੈ। ਸੋ ਸਰੀਰਕ ਮਾਪਦੰਡ ਦੀ ਪ੍ਰਣਾਲੀ ਵਾਲੀ ਇਹ ਜਾਂਚ ਕਰਨ ਦੇ ਲਈ ਸੋ ਲਾਂਚ ਕੀਤੀ ਗਈ ਹੈ ਕੋਵਿਡ ਵੀਪ। ਨੈਕਸਟ ਕੁਐਸਚਨ ਹੈ, ਭਾਰਤ ਦੇ ਕਿਸ ਰਾਜ ਤੋਂ ਰਾਜਾ ਮਿਰਚ ਪਹਿਲੀ ਵਾਰ ਲੰਡਨ ਨੂੰ ਨਿਰਯਾਤ ਕੀਤਾ ਗਿਆ ਹੈ?
ਤਾਂ ਇਹ ਲੰਡਨ ਨੂੰ ਆਜ਼ਾਦ ਕੀਤਾ ਗਿਆ ਗਾਇਸ ਕਿਸ ਵੱਲੋਂ? ਸੋ ਭਾਰਤ ਰਾਜ ਨਾਗਾਲੈਂਡ ਵੱਲੋਂ। ਸੋ ਰਾਈਟ ਆਂਸਰ ਆਪਸ਼ਨ ਨੰਬਰ ਵੀ ਰਾਈਟ ਆਂਸਰ ਹੈ। ਸੋ ਨਾਗਾਲੈਂਡ ਰਾਜ ਵੱਲੋਂ ਰਾਜਾ ਮਿਰਚ ਪਹਿਲੀ ਵਾਰ ਲੰਡਨ ਨੂੰ ਆਜ਼ਾਦ ਕੀਤੀ ਗਈ ਹੈ। ਅਤੇ ਇਸ ਦੇ ਵਿੱਚ ਵੀ ਜਾਣਕਾਰੀ ਵੇਖਦੇ ਹਾਂ ਆਪਾਂ। ਸੋ ਇਸ ਦੇ ਵਿੱਚ ਕੀ ਲਿਖਿਆ ਗਿਆ? ਰਾਜਾ ਚਿਲੀ, ਜਿਸ ਨੂੰ ਕਿ ਨਾਗਾ ਰਾਜਾ ਮਿਰਚ ਵੀ ਕਿਹਾ ਜਾਂਦਾ ਹੈ, ਭਾਰਤ ਦੇ ਨਾਗਾਲੈਂਡ ਰਾਜ ਤੋਂ ਪਹਿਲੀ ਵਾਰ ਲੰਡਨ ਨੂੰ ਆਜ਼ਾਦ ਕੀਤਾ ਗਿਆ ਹੈ। ਇਹ ਰਾਜਾ ਮਿਰਚ ਨੂੰ ਸਾਲ 2008 ਦੇ ਵਿੱਚ ਭੂਗੋਲਿਕ ਸੰਕੇਤ ਪ੍ਰਮਾਣੀਕਰਨ ਪ੍ਰਾਪਤ ਹੋਇਆ ਸੀ, ਜਿਸ ਨੂੰ ਕਿ ਆਪਾਂ GI ਟੈਗ ਬੋਲ ਦਿੰਦੇ ਹਾਂ। ਠੀਕ ਹੈ, ਸੋ GI ਟੈਗ ਇਸ ਨੂੰ ਪ੍ਰਾਪਤ ਹੋ ਚੁੱਕਿਆ ਹੈ। ਅਤੇ ਇਹ ਮਿਰਚ ਸਕੋਵਿਲ ਹੀਟ ਯੂਨਿਟਾਂ ਦੇ ਆਧਾਰ 'ਤੇ ਦੁਨੀਆ ਦੀਆਂ ਚੋਟੀ ਦੀਆਂ ਜੋ 5 ਸਭ ਤੋਂ ਤੇਜ਼ ਮਿਰਚਾਂ ਦੇ ਵਿੱਚੋਂ ਇੱਕ ਹੈ। ਠੀਕ ਹੈ, ਤਾਂ ਇਹ ਵੀ ਨੋਟ ਰੱਖਣਾ ਹੈ। ਸੋ ਜੋ ਕਿ ਹੀਟ ਯੂਨਿਟ ਦੇ ਆਧਾਰ 'ਤੇ ਇਹਨਾਂ ਨੂੰ ਰੈਂਕਿੰਗ ਦਿੱਤੀ ਗਈ ਹੈ, ਜੋ ਕਿ ਦੁਨੀਆ ਦੀਆਂ ਚੋਟੀ ਦੇ ਜੋ 5 ਸਭ ਤੋਂ ਤੇਜ਼ ਮਿਰਚਾਂ ਦੇ ਵਿੱਚੋਂ ਇਹ ਲਈ ਗਈ ਹੈ। ਠੀਕ ਹੈ, ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ। ਕਿੱਥੋਂ ਦੀ ਸਰਕਾਰ ਨੇ ਮਿਸ਼ਨ ਨਿਰਯਾਤਕ 92 ਲਾਂਚ ਕੀਤਾ ਹੈ? ਮਿਸ਼ਨ ਨਿਰਯਾਤਕ 92 ਹੈ ਜੋ ਇਹ ਕੀਤਾ ਗਿਆ ਇਸ ਰਾਜਸਥਾਨ ਦੀ ਸਰਕਾਰ ਨੇ। ਸੋ ਰਾਈਟ ਆਂਸਰ ਆਪਸ਼ਨ ਨੰਬਰ ਏ ਹੈ। ਅਤੇ ਜੋ ਇਸ ਵਿੱਚ ਕੀ ਹੈਗਾ ਸੋ ਮਿਸ਼ਨ ਨਿਰਯਾਤਕ 92 ਹੈ। ਸੋ ਇਹ ਜੋ ਕਿ ਸਥਾਨਕ ਵਪਾਰੀ ਹੁੰਦੇ ਨੇ, ਠੀਕ ਹੈ, ਜੋ ਕਿ ਆਪਣੇ ਵਿਦੇਸ਼ ਦੇ ਵਿੱਚ ਆਪਣਾ ਬਿਜ਼ਨਸ ਵਗੈਰਾ ਵਪਾਰ ਤੌਰ ਕਰਨੇ ਚਾਹੁੰਦੇ ਨੇ। ਠੀਕ ਹੈ, ਉਸੇ ਤੌਰ 'ਤੇ ਲਾਂਚ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਨੂੰ ਚੰਗਾ ਪ੍ਰੋਫਿਟ ਹੋਏਗਾ। ਸੋ ਚੰਗੀ ਸਿਖਲਾਈ ਇਸ ਦੇ ਵਿੱਚ ਦਿੱਤੀ ਜਾਏਗੀ। ਸੋ ਕਿਸ ਸਰਕਾਰ ਵੱਲੋਂ ਕੀਤਾ ਗਿਆ? ਰਾਜਸਥਾਨ ਸਰਕਾਰ ਦੇ ਵੱਲੋਂ। ਸੋ ਯਾਦ ਰੱਖਣਾ ਹੈ ਕੁਐਸਚਨ। ਭਾਰਤ ਬਿਲ ਪੇ ਨੇ ਕਿਸ ਨੂੰ ਆਪਣਾ ਨਵਾਂ CEO ਨਿਯੁਕਤ ਕੀਤਾ ਹੈ? ਭਾਰਤ ਬਿਲ ਪੇ ਹੈ ਗਾइस, ਸੋ ਉਸਨੇ ਆਪਣਾ ਨਵਾਂ CEO ਨਿਯੁਕਤ ਕੀਤਾ ਹੈ ਨੂਪੁਰ ਚਤੁਰਵੇਦੀ। ਸੋ ਰਾਈਟ ਆਂਸਰ ਆਪਸ਼ਨ ਨੰਬਰ C ਹੈ, ਨੂਪੁਰ ਚਤੁਰਵੇਦੀ ਜੀ ਨੂੰ ਸੋ ਬਿਲ ਪੇ ਨੇ ਆਪਣਾ ਨਵਾਂ CEO ਨਿਯੁਕਤ ਕੀਤਾ ਹੈ। ਅਤੇ ਗਾइस ਜੋ ਕਿ ਨੂਪੁਰ ਚਤੁਰਵੇਦੀ ਨੇ, ਸੋ ਇਹ ਪਹਿਲਾਂ ਛੋਟੇ ਅਤੇ ਜੋ ਦਰਮਿਆਨੇ ਉਦਯੋਗ ਸੀ, ਸੋ ਉਹਨਾਂ ਦੇ ਹੈੱਡ ਵੀ ਰਹਿ ਚੁੱਕੇ ਨੇ। ਠੀਕ ਹੈ, ਮੁਖੀ ਸੀ ਉਹਨਾਂ ਦੇ ਇਹ। ਅਤੇ ਹੁਣ ਨਵਾਂ CEO ਨਿਯੁਕਤ ਕੀਤਾ ਗਿਆ ਹੈ ਬਿਲ ਪੇ ਦੇ, ਸੋ ਭਾਰਤ ਦੇ। ਠੀਕ ਹੈ ਗਾइस, ਸੋ ਨੈਕਸਟ ਕੁਐਸਚਨ ਹੈ ਗਾइस ਆਪਣੇ ਕੋਲ। ਭਾਰਤ ਅਤੇ ਕਿਸ ਦੇਸ਼ ਦਰਮਿਆਨ ਕਾਰਪੇਟ ਦਾ 36ਵਾਂ ਐਡੀਸ਼ਨ ਹੋਇਆ ਹੈ? ਤਾਂ ਭਾਰਤ ਅਤੇ ਸੋ ਇੰਡੋਨੇਸ਼ੀਆ ਦੇ ਵਿਚਕਾਰ ਹੋਏਗਾ। ਸੋ ਰਾਈਟ ਆਂਸਰ ਆਪਸ਼ਨ ਨੰਬਰ B ਹੈ। ਠੀਕ ਹੈ, ਭਾਰਤ ਅਤੇ ਇੰਡੋਨੇਸ਼ੀਆ ਦੇ ਦਰਮਿਆਨ ਸੋ ਕਾਰਪੇਟ ਦਾ 36ਵਾਂ ਐਡੀਸ਼ਨ ਹੋਇਆ ਅਤੇ ਇਸ ਦਾ ਮੁੱਖ ਉਦੇਸ਼ ਕੀ ਦੱਸਿਆ ਗਿਆ? ਸੋ ਆਓ ਤੁਹਾਨੂੰ ਦੱਸਦੇ ਹਾਂ ਉਦੇਸ਼ ਇਸ ਦਾ। ਕਾਰਪੈਟ ਦਾ ਮੂਲ ਉਦੇਸ਼ ਹਿੰਦ ਮਹਾਸਾਗਰ ਖੇਤਰ ਨੂੰ ਵਪਾਰਿਕ, ਸਮੁੰਦਰੀ ਜਹਾਜ਼ਾਂ, ਅੰਤਰਰਾਸ਼ਟਰੀ ਵਪਾਰ ਅਤੇ ਜਾਇਜ਼ ਸਮੁੰਦਰੀ ਗਤੀਵਿਧੀਆਂ ਦੇ ਸੰਚਾਲਨ ਦੇ ਲਈ ਸੁਰੱਖਿਅਤ ਅਤੇ ਇਸ ਨੂੰ ਸੁਰੱਖਿਅਤ ਰੱਖਣਾ ਹੈ। ਠੀਕ ਹੈ, ਸੋ ਇਸ ਦਾ ਮੁੱਖ ਉਦੇਸ਼ ਦੱਸਿਆ ਗਿਆ ਹੈ। ਤਾਂ ਕੁਐਸਚਨ ਨੂੰ ਨੋਟ ਰੱਖਣਾ ਗਾइस, ਕੁਐਸਚਨ ਇੰਪੋਰਟੈਂਟ ਹੈ। ਸੋ ਕਾਰਪੇਟ ਦਾ ਇਹ 36ਵਾਂ ਐਡੀਸ਼ਨ ਸੀ। ਸੋ ਭਾਰਤ ਅਤੇ ਇੰਡੋਨੇਸ਼ੀਆ ਦੇ ਵਿਚਕਾਰ ਕੀਤਾ ਗਿਆ ਇਹ। ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ। ਹੇਠਾਂ ਵਿੱਚੋਂ ਪ੍ਰਤਿਸ਼ਠ ਮਹਾਰਾਸ਼ਟਰ ਭੂਸ਼ਣ ਪੁਰਸਕਾਰ 2021 ਕਿਸ ਨੂੰ ਦਿੱਤਾ ਜਾਵੇਗਾ? ਤਾਂ ਇਹ ਦਿੱਤਾ ਜਾਏਗਾ ਇਸ ਆਸ਼ਾ ਭੋਂਸਲੇ ਜੀ ਨੂੰ। ਸੋ ਰਾਈਟ ਆਂਸਰ ਆਪਸ਼ਨ ਨੰਬਰ A ਹੈ, ਆਸ਼ਾ ਭੋਂਸਲੇ ਇਜ਼ ਦਾ ਰਾਈਟ ਆਂਸਰ। ਸੋ ਪ੍ਰਤਿਸ਼ਠ ਮਹਾਰਾਸ਼ਟਰ ਭੂਸ਼ਣ ਪੁਰਸਕਾਰ ਆਸ਼ਾ ਭੋਂਸਲੇ ਨੂੰ ਦਿੱਤਾ ਜਾਵੇਗਾ। ਅਤੇ ਇਹਨਾਂ ਨਾਲ ਆਪਾਂ ਜੁੜੀ ਜਾਣਕਾਰੀ ਵੇਖਦੇ ਹਾਂ। ਮੁੱਖ ਮੰਤਰੀ ਉद्धਵ ਠਾਕਰੇ ਦੀ ਪ੍ਰਧਾਨਗੀ ਵਾਲੀ ਮਹਾਰਾਸ਼ਟਰ ਭੂਸ਼ਣ ਚੋਣ ਕਮੇਟੀ ਨੇ ਸਰਬਸੰਮਤੀ ਨਾਲ ਪ੍ਰਸਿੱਧ ਪਲੇਬੈਕ ਗਾਇਕਾ ਆਸ਼ਾ ਭੋਂਸਲੇ ਜੀ ਨੂੰ ਵਕਾਰੀ ਪੁਰਸਕਾਰ ਲਈ ਚੁਣਿਆ ਹੈ। ਠੀਕ ਹੈ, ਯਾਨੀ ਕਿ ਪ੍ਰਤਿਸ਼ਠ ਪੁਰਸਕਾਰ ਲਈ ਚੁਣਿਆ। ਆਸ਼ਾ ਭੋਂਸਲੇ ਹਿੰਦੀ ਸਿਨੇਮਾ ਦੇ ਵਿੱਚ ਆਪਣੀ ਪਲੇਬੈਕ ਗਾਇਕੀ ਲਈ ਸਭ ਤੋਂ ਮਸ਼ਹੂਰ ਹੈ। ਹਾਲਾਂਕਿ ਉਸ ਕੋਲ ਇੱਕ ਵਿਸ਼ਾਲ ਭੰਡਾਰ ਵੀ ਹੈ। ਸੋ ਭੋਂਸਲੇ ਦਾ ਕਰੀਅਰ 1943 ਦੇ ਵਿੱਚ ਸ਼ੁਰੂ ਹੋਇਆ ਸੀ ਅਤੇ 7 ਦਹਾਕਿਆਂ ਵਿੱਚ ਫੈਲਿਆ ਹੋਇਆ ਹੈ। ਉਹਨਾਂ ਨੇ 1000 ਤੋਂ ਵੱਧ ਫਿਲਮਾਂ ਲਈ ਪਲੇਬੈਕ ਗਾਇਕੀ ਕੀਤੀ ਹੈ। ਆਸ਼ਾ ਭੋਂਸਲੇ ਨੂੰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੁਆਰਾ ਸੰਗੀਤ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਧ ਰਿਕਾਰਡ ਕੀਤੀ ਗਈ ਕਲਾਕਾਰ ਵਜੋਂ ਅਧਿਕਾਰ ਤੌਰ 'ਤੇ ਸਵੀਕਾਰ ਕੀਤਾ ਗਿਆ ਸੀ। ਭਾਰਤ ਸਰਕਾਰ ਨੇ ਉਹਨਾਂ ਨੂੰ 2000 ਦੇ ਵਿੱਚ ਦਾਦਾ ਸਾਹਿਬ ਫਾਲਕੇ ਅਵਾਰਡ ਨਾਲ ਅਤੇ 2008 ਦੇ ਵਿੱਚ ਪਦਮ ਵਿਭੂਸ਼ਣ ਅਵਾਰਡ ਨਾਲ ਸਨਮਾਨਿਤ ਕੀਤਾ ਹੈ। ਠੀਕ ਹੈ ਗਾइस, ਸਟੈਟਿਕ ਜੀ ਕੇ ਤੌਰ 'ਤੇ ਕੁਐਸਚਨ ਬਣ ਜਾਂਦਾ ਹੈ। ਸੋ 2000 ਦੇ ਵਿੱਚ ਦਾਦਾ ਸਾਹਿਬ ਫਾਲਕੇ ਅਵਾਰਡ ਮਿਲ ਚੁੱਕਿਆ ਆਸ਼ਾ ਭੋਂਸਲੇ ਜੀ ਨੂੰ, ਅਤੇ 2008 ਦੇ ਵਿੱਚ ਸੋ ਪਦਮ ਵਿਭੂਸ਼ਣ। ਠੀਕ ਹੈ, ਸੋ ਨੋਟ ਰੱਖਿਓ, ਕੁਐਸਚਨ ਇੰਪੋਰਟੈਂਟ ਹੈ। ਭਾਰਤ ਦੇ ਕਿੰਨੇ ਟਾਈਗਰ ਰਿਜ਼ਰਵ ਨੇ ਜੋ ਕੰਜ਼ਰਵੇਸ਼ਨ ਐਸ਼ੋਰਡ ਟਾਈਗਰ ਸਟੈਂਡਰਡਸ ਲਈ ਮਾਨਤਾ ਪ੍ਰਾਪਤ ਕਰਦੇ ਨੇ? ਤਾਂ ਗਾइस ਸੋ ਐਸ਼ੋਰਡ ਟਾਈਗਰ ਸਟੈਂਡਰਡਸ ਲਈ ਜਿੰਨਾ ਮਾਨਤਾ ਪ੍ਰਾਪਤ ਕਰਦੇ ਨੇ ਉਹਨਾਂ ਦੀ ਗਿਣਤੀ ਹੈ 14। ਸੋ ਆਪਸ਼ਨ ਨੰਬਰ B ਰਾਈਟ ਆਂਸਰ ਹੈ। 14 ਜੋ ਜਿਹੜੇ ਕਿ ਟਾਈਗਰ ਰਿਜ਼ਰਵ ਨੇ ਉਹ ਕੰਜ਼ਰਵੇਸ਼ਨ ਐਸ਼ੋਰਡ ਟਾਈਗਰ ਸਟੈਂਡਰਡਸ ਲਈ ਮਾਨਤਾ ਪ੍ਰਾਪਤ ਕਰਦੇ ਨੇ। ਸੋ ਰਾਈਟ ਆਂਸਰ ਕਿਹੜਾ ਹੋਏਗਾ? B ਰਾਈਟ ਹੋਏਗਾ 14।
ਕਿਸ ਯੂਟੀ ਨੂੰ ਸਿਟੀ ਬਿਊਟੀਫੁਲ ਪ੍ਰਦੂਸ਼ਣ ਮੁਕਤ ਕਰਨ ਲਈ ਯੂਟੀ ਪ੍ਰਸ਼ਾਸਨ ਦੇ ਟਰਾਂਸਪੋਰਟ ਵਿਭਾਗ ਵੱਲੋਂ 40 ਨਵੀਆਂ ਇਲੈਕਟ੍ਰਿਕ ਬੱਸਾਂ ਲੈਣ ਲਈ ਨਿੱਜੀ ਕੰਪਨੀ ਨਾਲ ਸਮਝੌਤਾ ਕੀਤਾ ਗਿਆ ਹੈ। ਤਾਂ ਗਾइस ਯੂਟੀ ਹੈ ਚੰਡੀਗੜ੍ਹ। ਸੋ ਆਪਸ਼ਨ ਨੰਬਰ ਏ ਰਾਈਟ ਆਂਸਰ ਹੋਏਗਾ। ਠੀਕ ਹੈ, ਜੇਕਰ ਤੁਹਾਨੂੰ ਯਾਦ ਹੋਵੇ ਤਾਂ ਇਹ ਕੁਐਸਚਨ ਮੈਂ ਤੁਹਾਨੂੰ ਕੁਇਜ਼ ਦੇ ਉੱਪਰ ਦਿੱਤਾ ਸੀ। ਠੀਕ ਹੈ ਗਾइस, ਸੋ ਚੰਡੀਗੜ੍ਹ ਯੂਟੀ ਵੱਲੋਂ ਬਿਊਟੀਫੁਲ ਪ੍ਰਦੂਸ਼ਣ ਮੁਕਤ ਕਰਨ ਦੇ ਲਈ ਯੂਟੀ ਪ੍ਰਸ਼ਾਸਨ ਦੇ ਟਰਾਂਸਪੋਰਟ ਵਿਭਾਗ ਵੱਲੋਂ 40 ਨਵੀਆਂ ਇਲੈਕਟ੍ਰਿਕ ਬੱਸਾਂ ਲੈਣ ਲਈ ਨਿੱਜੀ ਕੰਪਨੀ ਨਾਲ ਪ੍ਰਾਈਵੇਟ ਕੰਪਨੀ ਨਾਲ ਸਮਝੌਤਾ ਕੀਤਾ ਗਿਆ ਹੈ ਚੰਡੀਗੜ੍ਹ ਵੱਲੋਂ। ਠੀਕ ਹੈ, ਸੋ ਯਾਦ ਰੱਖਿਓ। ਪੰਜਾਬ CM ਜੋ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੇ ਪ੍ਰਮੁੱਖ ਸਲਾਹਕਾਰ ਕੌਣ ਸੀ ਜਿਨ੍ਹਾਂ ਪਦ ਤੋਂ ਅਸਤੀਫਾ ਦੇ ਦਿੱਤਾ ਹੈ? ਤਾਂ ਉਹਨਾਂ ਦੇ ਗਾइस ਮੁੱਖ ਜੋ ਕਿ ਐਡਵਾਈਜ਼ਰ ਸੀ ਪ੍ਰਸ਼ਾਂਤ ਕਿਸ਼ੋਰ ਜੀ। ਰਾਈਟ ਆਂਸਰ ਆਪਸ਼ਨ ਨੰਬਰ ਸੀ। ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਤੇ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਇਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਤੇ ਕੋਈ ਵੀ ਪੋਲੀਟੀਕਲ ਪਾਰਟੀ 'ਤੇ ਪ੍ਰੈਸ਼ਰ ਕਰਕੇ ਇਹਨਾਂ ਨੇ ਅਸਤੀਫਾ ਨਹੀਂ ਦਿੱਤਾ। ਜਨਤਕ ਅਸਥਾਈ ਤੌਰ 'ਤੇ ਇਹਨਾਂ ਨੇ ਵਿਰਾਮ ਲੈਣ ਦੇ ਲਈ ਅਸਤੀਫਾ ਦਿੱਤਾ ਜੋ ਕਿ ਇਹਨਾਂ ਨੇ ਟਵੀਟ ਕੀਤਾ ਸੀ, ਤੁਸੀਂ ਵੇਖਿਆ ਵੀ ਹੋਣਾ। ਇਸ ਕਰਕੇ ਮੁੱਖ ਸਲਾਹਕਾਰ ਸੀ ਉਹਨਾਂ ਦੇ ਪ੍ਰਸ਼ਾਂਤ ਕਿਸ਼ੋਰ ਜੀ। ਇਹ ਯਾਦ ਰੱਖਣਾ ਕੁਐਸਚਨ। ਨੈਕਸਟ ਕੁਐਸਚਨ ਹੈ ਭਾਰਤੀ ਹਾਕੀ ਟੀਮ 41 ਸਾਲਾਂ ਦੇ ਬਾਅਦ ਕਾਂਸੀ ਦਾ ਮੈਡਲ ਜਿੱਤੇ ਹਨ। ਤੁਹਾਨੂੰ ਦੱਸੋ ਇਸ ਦੇ ਵਿੱਚ ਪੰਜਾਬ ਦੇ 4 ਖਿਡਾਰੀ ਕਿਸ ਜ਼ਿਲ੍ਹੇ ਤੋਂ ਨੇ? ਤਾਂ ਗਾइस ਇਹ ਤਾਂ ਆਪਾਂ ਆਪਸ਼ਨ ਦੇ ਮੁਤਾਬਕ ਡਿਪੈਂਡ ਹੁੰਦਾ ਹੈ ਤੇ ਆਪਸ਼ਨ ਦੇ ਮੁਤਾਬਿਕ ਜੋ ਕਿ ਪੰਜਾਬ ਦੇ 4 ਖਿਡਾਰੀ ਸੀ ਜਲੰਧਰ ਦੇ। ਇਸ ਤੋਂ ਬਿਨਾਂ ਪੰਜਾਬ ਦੇ ਹੋਰ ਵੀ ਖਿਡਾਰੀ ਸੀ ਜ਼ਿਲ੍ਹਿਆਂ ਦੇ, ਤਾਂ ਉਹ ਵੀ ਤੁਹਾਨੂੰ ਜਾਣਕਾਰੀ ਤੌਰ 'ਤੇ ਦੱਸਦੇ ਹਾਂ ਜੇਕਰ ਕੁਐਸਚਨ ਬਣਦਾ ਹੈ। ਠੀਕ ਹੈ, ਇਹ ਆਪਸ਼ਨ ਦੇ ਮੁਤਾਬਕ ਜਲੰਧਰ ਸੀ ਇਸ ਦੇ ਵਿੱਚ ਜੋ ਕਿ 4 ਖਿਡਾਰੀ ਸੀ। ਤੇ ਹੋਰ ਇਸ ਦੇ ਵਿੱਚ ਕਿਹੜੇ ਖਿਡਾਰੀ ਸੀ ਦੇਖੋ, ਭਾਰਤੀ ਹਾਕੀ ਟੀਮ ਦੇ ਵਿੱਚ 4 ਖਿਡਾਰੀ ਜਲੰਧਰ ਨਾਲ ਸੰਬੰਧ ਰੱਖਦੇ ਹਨ। ਇਹਨਾਂ ਦੇ ਵਿੱਚ 3 ਖਿਡਾਰੀ ਮਿੱਠਾਪੁਰ ਦੇ ਹਨ ਜਿਨ੍ਹਾਂ ਦੇ ਵਿੱਚ ਭਾਰਤੀ ਹਾਕੀ ਟੀਮ ਦਾ ਕਪਤਾਨ ਸੀ ਜੋ ਮਨਪ੍ਰੀਤ ਸਿੰਘ, ਮਨਦੀਪ ਸਿੰਘ ਤੇ ਵਰੁਣ ਕੁਮਾਰ ਸ਼ਾਮਲ ਸੀ। ਤੇ ਜਦਕਿ ਹਾਰਦਿਕ ਸਿੰਘ ਖੁਸਰੋਪੁਰ ਦਾ ਰਹਿਣ ਵਾਲਾ ਹੈ ਜੋ ਕਿ ਪਿੰਡ ਸੰਸਾਰਪੁਰ ਦੇ ਬਿਲਕੁਲ ਨਾਲ ਲੱਗਦਾ ਹੈ। ਤੇ ਨਾਲ ਹੀ ਵੇਖੋ ਅੰਮ੍ਰਿਤਸਰ ਜ਼ਿਲ੍ਹੇ ਦੇ 4 ਖਿਡਾਰੀ ਭਾਰਤੀ ਹਾਕੀ ਟੀਮ ਦੇ ਵਿੱਚ ਵੀ ਸ਼ਾਮਲ ਸੀ। ਠੀਕ ਹੈ, ਅੰਮ੍ਰਿਤਸਰ ਡਿਸਟ੍ਰਿਕਟ ਦੇ ਵੀ ਜਿਨ੍ਹਾਂ ਦੇ ਵਿੱਚ ਜੰਡਿਆਲਾ ਤੋਂ ਗੁਰਜੰਟ ਸਿੰਘ, ਬੋਤਾਲਾ ਤੋਂ ਦਲਪ੍ਰੀਤ ਸਿੰਘ ਤੇ ਮੋਵਾਲ ਤੋਂ ਹਰਮਨਪ੍ਰੀਤ ਸਿੰਘ ਅਤੇ ਅਟਾਰੀ ਤੋਂ ਸ਼ਮਸ਼ੇਰ ਸਿੰਘ ਸ਼ਾਮਲ ਸੀ। ਤਾਂ ਤੁਸੀਂ ਯਾਦ ਰੱਖਿਓ ਡਿਸਟ੍ਰਿਕਟ ਦੇ ਤੇ ਕਪਤਾਨ ਇੰਪੋਰਟੈਂਟ ਹੈ ਉਹਨਾਂ ਯਾਦ ਰੱਖਿਓ। ਮਨਪ੍ਰੀਤ ਸਿੰਘ ਕਪਤਾਨ ਸੀ ਹਾਕੀ ਟੀਮ ਦੇ ਤੇ ਅੰਮ੍ਰਿਤਸਰ ਦੇ ਵੀ 4 ਸੀ ਤੇ ਜਲੰਧਰ ਦੇ ਵੀ 4 ਸੀ। ਠੀਕ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਓਲੰਪਿਕਸ ਵਿੱਚ ਕਾਂਸੀ ਦਾ ਤਮਗਾ ਜੇਤੂ ਭਾਰਤੀ ਹਾਕੀ ਟੀਮ ਨੂੰ ਕਿੰਨੇ ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ? ਤਾਂ ਗਾइस ਇਹ ਐਲਾਨ ਕੀਤਾ ਗਿਆ ਹੈ ਆਪਸ਼ਨ ਨੰਬਰ ਏ 1 ਕਰੋੜ ਰੁਪਏ ਦਾ। ਗਾइस SGPC ਦੇ ਜੋ ਪ੍ਰਧਾਨ ਨੇ ਬੀਬੀ ਜਗੀਰ ਕੌਰ ਜੀ, ਉਹਨਾਂ ਵੱਲੋਂ ਸ਼੍ਰੀ ਦੁੱਖ ਨਿਵਾਰਨ ਗੁਰਦੁਆਰੇ ਦੇ ਵਿੱਚ ਜਦੋਂ ਕਾਨਫਰੰਸ ਮੀਟਿੰਗ ਕੀਤੀ ਗਈ ਸੀ ਤਾਂ ਉਹਨਾਂ ਦੁਆਰਾ ਇਹ ਫੈਸਲਾ ਲਿਆ ਗਿਆ ਸੀ ਜੋ ਕਿ ਭਾਰਤੀ ਹਾਕੀ ਟੀਮ ਦੇ ਓਲੰਪਿਕਸ ਦੇ ਵਿੱਚ ਜਿਨ੍ਹਾਂ ਨੇ ਕਿ ਕਾਂਸੀ ਤਮਗਾ ਜਿੱਤਿਆ ਉਹਨਾਂ ਨੂੰ 1 ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਤੇ ਜਿਨ੍ਹਾਂ ਨੇ ਕਿ ਓਲੰਪਿਕਸ ਦੇ ਵਿੱਚ ਭਾਗ ਲਿਆ ਉਹਨਾਂ ਨੂੰ 5-5 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਠੀਕ ਹੈ, ਤੇ ਜਿਹੜੇ ਜੇਤੂ ਨੇ ਕਾਂਸੀ ਤਮਗੇ ਜੇਤੂ ਵਾਲੇ ਉਹਨਾਂ ਨੂੰ 1 ਕਰੋੜ ਰੁਪਏ ਦਾ, ਜਿਨ੍ਹਾਂ ਨੇ ਭਾਗ ਲਿਆ ਓਲੰਪਿਕਸ ਦੇ ਵਿੱਚ ਉਹਨਾਂ ਨੂੰ 5-5 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਹ ਨੋਟ ਰੱਖਣਾ ਹੈ। ਹੇਠ ਲਿਖਿਆਂ ਵਿੱਚੋਂ ਕਿਸ ਕੈਬਨਿਟ ਨੇ ਮੈਡੀਕਲ ਆਕਸੀਜਨ ਉਤਪਾਦਨ ਪ੍ਰੋਤਸਾਹਨ ਨੀਤੀ ਨੂੰ ਪ੍ਰਵਾਨਗੀ ਦਿੱਤੀ ਹੈ? ਤਾਂ ਗਾइस ਜਿਸ ਕੈਬਨਿਟ ਨੇ ਮੈਡੀਕਲ ਆਕਸੀਜਨ ਉਤਪਾਦਨ ਪ੍ਰੋਤਸਾਹਨ ਨੂੰ ਨੀਤੀ ਨੂੰ ਪ੍ਰਵਾਨਗੀ ਦਿੱਤੀ ਹੈ ਰਾਈਟ ਆਂਸਰ ਆਪਸ਼ਨ ਨੰਬਰ ਡੀ ਦਿੱਲੀ ਕੈਬਨਿਟ ਨੇ। ਦਿੱਲੀ ਕੈਬਨਿਟ ਨੇ ਪ੍ਰਵਾਨਗੀ ਦਿੱਤੀ ਹੈ ਤੇ ਤੁਹਾਨੂੰ ਪਤਾ ਹੀ ਹੈ ਇਸ ਨੀਤੀ ਨੂੰ ਦੇਖਦੇ ਹੋਇਆ ਇਹ ਪ੍ਰਵਾਨਗੀ ਦਿੱਤੀ ਗਈ ਹੈ। ਹੇਠ ਲਿਖੇ ਵਿੱਚੋਂ ਕਿਸ ਪਾਵਰ ਸਟੇਸ਼ਨ ਨੇ 1 ਮਹੀਨੇ ਦੇ ਵਿੱਚ ਵੱਧ ਤੋਂ ਵੱਧ ਬਿਜਲੀ ਪੈਦਾ ਕਰਨ ਦਾ ਰਿਕਾਰਡ ਬਣਾਇਆ ਹੈ? ਇਹਨਾਂ ਦੇ ਵਿੱਚੋਂ ਕਿਹੜਾ ਪਾਵਰ ਸਟੇਸ਼ਨ ਹੈ 1 ਮਹੀਨੇ ਦੇ ਵਿੱਚ ਸਭ ਤੋਂ ਵੱਧ ਬਿਜਲੀ ਪੈਦਾ ਕਰਨ ਦਾ ਰਿਕਾਰਡ ਬਣਾਇਆ ਹੈ? ਆਪਸ਼ਨ ਨੰਬਰ ਬੀ ਰਾਈਟ ਆਂਸਰ ਹੈ ਨਾਪਤਾ ਜਾਕਰੀ ਹਾਈਡਰੋ ਪਾਵਰ ਸਟੇਸ਼ਨ। ਨਾਪਤਾ ਜਾਕਰੀ ਹਾਈਡਰੋ ਪਾਵਰ ਸਟੇਸ਼ਨ ਨੇ 1 ਮਹੀਨੇ ਦੇ ਵਿੱਚ ਸਭ ਤੋਂ ਵੱਧ ਬਿਜਲੀ ਪੈਦਾ ਕਰਨ ਦਾ ਰਿਕਾਰਡ ਬਣਾਇਆ ਹੈ। ਤੇ ਤੁਹਾਨੂੰ ਡਿਟੇਲ ਦੇ ਵਿੱਚ ਦੱਸਦੇ ਹਾਂ ਕਿਉਂਕਿ ਕੁਐਸਚਨ ਇੰਪੋਰਟੈਂਟ ਹੈ। ਸਤਲੁਜ ਜਲ ਬਿਜਲੀ ਨਿਗਮ ਦੇ ਜੋ ਨਾਪਤਾ ਜਾਕਰੀ ਹਾਈਡਰੋ ਪਾਵਰ ਸਟੇਸ਼ਨ ਹੈ, ਠੀਕ ਹੈ, ਕਿੱਥੋਂ ਦਾ? ਸਤਲੁਜ ਜਲ ਬਿਜਲੀ ਨਿਗਮ ਦੇ ਨੇ ਹਾਲ ਹੀ ਦੇ ਵਿੱਚ 212.10 ਮਿਲੀਅਨ ਯੂਨਿਟ ਦੇ ਪਿਛਲੇ ਰਿਕਾਰਡ ਨੂੰ ਤੋੜ ਕੇ 1216.56 ਮਿਲੀਅਨ ਯੂਨਿਟ ਪੈਦਾ ਕਰਕੇ ਨਵਾਂ ਰਿਕਾਰਡ ਬਣਾਇਆ ਹੈ। ਇਸ ਦੇ ਨਾਲ ਹੀ ਰਾਮਪੁਰ ਹਾਈਡਰੋ ਪਾਵਰ ਸਟੇਸ਼ਨ ਨੇ ਜੁਲਾਈ ਮਹੀਨੇ ਦੇ ਵਿੱਚ 334.90 ਮਿਲੀਅਨ ਯੂਨਿਟ ਪੈਦਾ ਕਰਕੇ ਇੱਕ ਰਿਕਾਰਡ ਵੀ ਕਾਇਮ ਕੀਤਾ ਹੈ। ਬਟ ਇਹ ਇਸ ਲਿਸਟ ਦੇ ਵਿੱਚ ਨਹੀਂ ਆਇਆ,
ਬਟ ਇਹਨਾਂ ਨੇ ਫਿਰ ਵੀ ਦੱਸਿਆ ਗਿਆ ਵੀ ਇਹਨਾਂ ਯੂਨਿਟ ਵੀ ਵਧੀਆ ਹੈ। ਤੇ RMI ਇੰਡੀਆ ਅਤੇ ਨੀਤੀ ਆਯੋਗ ਕਮਿਸ਼ਨ ਨੇ ਹਾਲ ਹੀ ਦੇ ਵਿੱਚ ਬਿਜਲੀ ਵੰਡ ਖੇਤਰ ਬਾਰੇ ਇੱਕ ਰਿਪੋਰਟ ਵੀ ਜਾਰੀ ਕੀਤੀ ਹੈ। ਸੋ ਇਸ ਦਾ ਪ੍ਰਤੀ ਰਿਪੋਰਟ ਜਾਰੀ ਕੀਤੀ ਗਈ ਹੈ। ਤਾਂ ਬਸ ਇੰਪੋਰਟੈਂਟ ਜ਼ਿਆਦਾ ਇਹੀ ਹੈ। ਸੋ ਨਾਪਤਾ ਜਾਖਰੀ ਹਾਈਡਰੋ ਪਾਵਰ ਸਟੇਸ਼ਨ ਨੇ ਸੋ ਰਿਕਾਰਡ ਬਣਾਇਆ ਇਹ, ਠੀਕ ਹੈ। COVID-19 ਦੇ ਵਿਰੁੱਧ 100% ਟੀਕਾਕਰਨ ਪ੍ਰਾਪਤ ਕਰਨ ਵਾਲਾ ਕਿਹੜਾ ਭਾਰਤੀ ਸ਼ਹਿਰ ਦੇਸ਼ ਦਾ ਪਹਿਲਾ ਸ਼ਹਿਰ ਬਣ ਗਿਆ ਹੈ। ਦੇਖੋ ਕੁਐਸਚਨ ਸਿੱਧਾ ਐਗਜ਼ਾਮ ਦੇ ਵਿੱਚ ਬਣ ਜਾਂਦਾ ਹੈ, ਕਿਉਂਕਿ ਜਿੱਥੇ 100% ਲੈਤਾ ਤੇ ਬਣ ਗਿਆ ਇੱਕ ਪਹਿਲਾ ਸ਼ਹਿਰ ਬਣ ਗਿਆ। ਸੋ ਭਾਰਤੀ ਤਾਂ ਉਹ ਹੈ ਗਾइस उड़ीसा ਦਾ ਭੁਵਨੇਸ਼ਵਰ। ਆਪਸ਼ਨ ਨੰਬਰ ਡੀ ਰਾਈਟ ਆंसर ਹੈ, ਭੁਵਨੇਸ਼ਵਰ ਬਣੇ ਗਾइस। ਸੋ ਇਸਨੇ ਜੋ ਕਿ ਪ੍ਰਵਾਸੀ ਮਜ਼ਦੂਰ ਨੇ ਸੋ ਲਗਭਗ 1 ਲੱਖ ਦੇ ਕਰੀਬ ਸੋ ਉਹਨਾਂ ਨੂੰ ਖੁਰਾਕ ਵੰਡੀ ਹੈ ਇਹ, ਤੇ ਇਹ ਪਹਿਲਾ ਭਾਰਤੀ ਸ਼ਹਿਰ ਬਣ ਗਿਆ ਜਿਹੜੇ ਕਿ ਜਿੱਥੇ ਕਿ 100% ਟੀਕਾਕਰਨ ਪ੍ਰਾਪਤ ਹੋਇਆ ਹੈ COVID-19 ਦੇ ਵਿਰੁੱਧ। ਸੋ ਭੁਵਨੇਸ਼ਵਰ ਇਜ਼ ਦਾ ਰਾਈਟ ਆंसर ਹੈ। ਸੋ ਇੰਪੋਰਟੈਂਟ ਕੁਐਸਚਨ ਹੈ, ਸੋ ਯਾਦ ਰੱਖਣਾ ਇਸ ਕੁਐਸਚਨ ਨੂੰ। ਹਾਲ ਹੀ ਵਿੱਚ ਜਾਰੀ ਕੀਤੀ ਗਈ ਰਿਪੋਰਟ ਦੇ ਅਨੁਸਾਰ ਬੇਰੁਜ਼ਗਾਰੀ ਦੇ ਕਾਰਨ ਆਤਮ ਹੱਤਿਆ ਦੇ ਮਾਮਲੇ ਦੇ ਵਿੱਚ 24% ਯਾਨੀ ਕਿ 24 ਦਾ ਵਾਧਾ ਹੋਇਆ ਹੈ। ਤਾਂ ਇਹ ਰਿਪੋਰਟ ਕਿਹੜੀ ਜਾਰੀ ਕੀਤੀ ਗਈ ਹੈ? ਤਾਂ ਗਾइस ਉਹ ਰਿਪੋਰਟ ਸੀ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ। ਆਪਸ਼ਨ ਨੰਬਰ ਸੀ ਰਾਈਟ ਆंसर ਹੈ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਵੱਲੋਂ ਸੋ ਰਿਪੋਰਟ ਪੇਸ਼ ਕੀਤੀ ਗਈ ਹੈ, ਜਿਸ ਦੇ ਵਿੱਚ ਬੇਰੁਜ਼ਗਾਰੀ ਦੇ ਕਾਰਨ ਜਿੰਨੀ ਵੀ ਆਤਮ ਹੱਤਿਆ ਹੋਈਆਂ ਨੇ ਸੋ ਉਹਨਾਂ ਮਾਮਲਿਆਂ ਦੇ ਵਿੱਚ 24% ਦਾ ਵਾਧਾ ਹੋਇਆ ਹੈ। ਤੇ ਇਹ ਰਿਪੋਰਟ ਨੂੰ ਦੇਖੋ ਹੋਰ ਕੀ ਲਿਖਿਆ ਗਿਆ ਰਿਪੋਰਟ ਦੇ ਵਿੱਚ, ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਉਸ ਦਾ ਮਤਲਬ ਹੈ ਗਾइस ਦੁਆਰਾ ਹਾਲ ਹੀ ਦੇ ਵਿੱਚ ਜਾਰੀ ਕੀਤੀ ਗਈ ਰਿਪੋਰਟ ਦੇ ਅਨੁਸਾਰ 2016 ਤੋਂ 2019 ਤੱਕ ਬੇਰੁਜ਼ਗਾਰੀ ਕਾਰਨ ਆਤਮ ਹੱਤਿਆ ਦੇ ਮਾਮਲੇ ਦੇ ਵਿੱਚ 24% ਦਾ ਵਾਧਾ ਹੋਇਆ ਹੈ, ਜਦੋਂ ਕਿ ਸਾਲ 2019 ਦੇ ਵਿੱਚ 2851 ਲੋਕਾਂ ਨੇ ਬੇਰੁਜ਼ਗਾਰੀ ਕਾਰਨ ਖੁਦਕੁਸ਼ੀ ਕੀਤੀ ਹੈ ਤੇ ਇਹ ਅੰਕੜਾ 2016 ਦੇ ਵਿੱਚ 2298 ਸੀ, ਠੀਕ ਹੈ। ਤਾਂ ਇਹ ਯਾਦ ਰੱਖਣਾ ਗਾइस ਸੋ ਅੰਕੜਾ ਪੇਸ਼ ਕੀਤਾ ਗਿਆ ਹੈ, 24% ਦਾ ਵਾਧਾ ਹੋਇਆ। ਸੋ ਰਿਪੋਰਟ आई है नैशनल क्राइम रिकॉर्ड ब्यूरो वालों। हाल ही विच जारी की गई रिपोर्ट के अनुसार अंबानी परिवार दुनिया की अमीर सूची के किहड़े स्थान पर है? तो गाइस जो कि अंबानी परिवार है सो ये दुनिया की अमीर सूची के 5वें स्थान पर आते हैं। सो राइट आंसर ऑप्शन नंबर डी है 5वां स्थान। तो वेखो होर स्थान इस की है तो किन्ना इस जो कि पैसा ही कमाते हैं। हाल ही दे विच जारी रिपोर्ट के अनुसार अंबानी और उन्होंने कंपनी के 1 मिनट के 1.1 करोड़ रुपये कमाती है। किन्ने दे विच? सिर्फ 1 मिनट के 1 मिनट के 1.1 करोड़ रुपये कमाती है। इस समय अंबानी परिवार कोल 77.3 अरब डॉलर यानी कि कितना हो गया 5.74 लाख करोड़ रुपये की संपत्ति है, जिस दे नाल अंबानी परिवार दुनिया का 5वां सब तो अमीर परिवार है, जदों कि वालमार्ट के सह संस्थापक वाल्टन का परिवार है जो 244 अरब डॉलर के नाल पहले स्थान पर ने। सो पहला स्थान भी तुहानूं याद रखना है जेकर पूछ लिया जाता है। सो पहले स्थान पर आए ने गाइस जो कि वालमार्ट के सह संस्थापक ने। सो वाल्टन का परिवार है 244 अरब डॉलर के नाल। सो ये फर्स्ट स्थान पर ने ते अंबानी का परिवार है वो 5वें स्थान पर ने। नैक्सट क्वेश्चन है प्रधानमंत्री नरेंद्र मोदी द्वारा डिजिटल भुगतान समाधानों नूं उत्साहित करने के लिए हाल ही विच किहड़ा इलैक्ट्रॉनिक वाउचर है जो लॉन्च किया गया है? तो गाइस डिजिटल पेमेंट ते सल्यूशन के लिए जो कि वाउचर लॉन्च किया गया है वो है ऑप्शन नंबर डी ई-रुपी ERUPI, ठीक है। सो ई-रुपी लॉन्च किया गया वाउचर। तो जो कि इस दे विच की होएगा देखो सो ये उत्साहित करने के लिए जो कि RUP है सो ये ना सिर्फ सरकार द्वारा इसकी वरतों की जा सकती है बल्कि किसी भी अजिही गैर सरकारी संस्था द्वारा की जा सकती है। तो यह ई-रुपी डिजिटल भुगतानों का एक प्रीपेड कैशलैस और संपर्क रहित साधन है, ठीक है। सो ये याद रखना जो कि ई-रुपी है, ठीक है, लॉन्च किया गया है। सो इलैक्ट्रॉनिक वाउचर। म्यांमार की सेना ने हाल ही दे एमरजेंसी की स्थिति को किन्ने सालों लई बढ़ा दिता है? तो म्यांमार की सेना जो गाइस उन्होंने एमरजेंसी के लिए 2 साल का वाधा किया है। सो राइट आंसर ऑप्शन नंबर ए 2 साल ਲਈ वाधा दिता गया है एमरजेंसी की स्थिति को। PV सिद्धू ओलंपिक खेडों के एक व्यक्तिगत मुकाबले के किन्ने तमगे जितने वाली पहली भारतीय महिला एथलीट बन गई है? ये क्वेश्चन कन्फ्यूज़ कर सकता है क्योंकि इस
एक मैडल भी दिता जा सकता है, 2 4 ਜਾਂ ਫਿਰ 6 ਇਸ ਤਰ੍ਹਾਂ ਦਿੱਤਾ ਜਾ ਸਕਦਾ ਹੈ, ਕਿਉਂਕਿ ਇਹਨਾਂ ਨੇ ਮੈਡਲ 2 ਜਿੱਤੇ ਨੇ ਗਾਈਜ਼ ਇਸ ਦੇ ਵਿੱਚ। ਸੋ ਆਪਸ਼ਨ ਨੰਬਰ ਏ ਰਾਈਟ ਆਂਸਰ ਹੈ। ਠੀਕ ਹੈ, ਸੋ ਇੱਕੋ ਵਿਅਕਤੀਗਤ ਮੁਕਾਬਲੇ ਦੇ ਵਿੱਚ ਇਹਨਾਂ ਨੇ 2 ਤਮਗੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਐਥਲੀਟ ਬਣ ਗਏ ਨੇ ਪੀਵੀ ਸਿੱਧੂ। ਤੇ ਇਸ ਦੇ ਨਾਲ ਜਾਣਕਾਰੀ ਵੇਖਦੇ ਆਪਾਂ। ਦੇਖੋ ਹਾਲ ਹੀ ਦੇ ਵਿੱਚ ਟੋਕੀਓ ਓਲੰਪਿਕਸ ਦੇ ਵਿੱਚ ਅਨੁਭਵੀ ਬੈਡਮਿੰਟਨ ਖਿਡਾਰੀ ਪੀਵੀ ਸਿੱਧੂ ਨੇ ਕਾਂਸਿਆ ਤਮਗਾ ਜਿੱਤਿਆ ਹੈ। ਇਸ ਜਿੱਤ ਦੇ ਨਾਲ ਪੀਵੀ ਸਿੱਧੂ ਓਲੰਪਿਕਸ ਖੇਡਾਂ ਵਿੱਚ ਇੱਕ ਵਿਅਕਤੀਗਤ ਮੁਕਾਬਲੇ ਦੇ ਵਿੱਚ 2 ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣ ਗਈ ਹੈ। ਪੀਵੀ ਸਿੱਧੂ ਨੇ ਇਹ ਉਪਲਬਧੀ ਚੀਨੀ ਸ਼ਟਲਰ ਵਿੰਗ ਜਿਆਓ ਸੋ ਨੂੰ 21-13 ਅਤੇ 21-15 ਨਾਲ ਹਰਾ ਕੇ ਹਾਸਲ ਕੀਤੀ ਹੈ। ਠੀਕ ਹੈ, ਸਾਂ ਇਹ ਵੀ ਦੱਸਣਾ ਵੀ ਕਿਸ ਦੇ ਵਿਰੁੱਧ ਹੈ। ਸੋ ਚੀਨੀ ਸ਼ਟਲਰ ਨੇ ਜੋ ਵਿੰਗ ਜਿਆਓ ਸੋ ਇਹਨਾਂ ਦੇ ਵਿਰੁੱਧ ਜਿੱਤ ਕੀਤੀ ਹੈ। ਅਤੇ ਤਮਗਾ ਕਿਹੜਾ ਜਿੱਤਿਆ ਇਹਨਾਂ ਨੇ? ਸੋ ਕਾਂਸੀ ਦਾ। ਸੋ ਇਹ ਵੀ ਯਾਦ ਰੱਖਣਾ। ਠੀਕ ਹੈ, 3 ਅਗਸਤ ਨੂੰ ਪੂਰੇ ਭਾਰਤ ਦੇ ਵਿੱਚ ਕਿਹੜਾ ਦਿਨ ਹੈ ਜੋ ਮਨਾਇਆ ਜਾਂਦਾ ਹੈ? ਤਾਂ ਇਹ ਮਨਾਇਆ ਜਾਂਦਾ ਗਾਈਜ਼ ਦਿਲ ਟ੍ਰਾਂਸਪਲਾਂਟ ਦਿਵਸ। ਸੋ ਰਾਈਟ ਆਂਸਰ ਆਪਸ਼ਨ ਨੰਬਰ ਏ ਹੈ। ਠੀਕ ਹੈ, ਇਹਦਾ ਬੇਸਿਕ ਸਟੈਟਿਕ ਜੀਕੇ ਤੌਰ 'ਤੇ ਵੀ ਕੁਐਸਚਨ ਬਣ ਜਾਂਦਾ ਹੈ। ਅਤੇ ਇਸ ਦੇ ਨਾਲ ਮੈਂ ਤੁਹਾਨੂੰ ਸੋ ਡਿਟੇਲ ਜਾਣਕਾਰੀ ਦਿੱਤੀ ਸੀ ਪਹਿਲਾਂ, ਅਤੇ ਹੁਣ ਵੀ ਤੁਹਾਨੂੰ ਦੱਸ ਦਿੰਦਾ। ਸੋ 3 ਅਗਸਤ ਨੂੰ ਪੂਰੇ ਭਾਰਤ ਦੇ ਵਿੱਚ ਕਿਹੜਾ ਦਿਨ ਮਨਾਇਆ ਜਾਂਦਾ ਹੈ? ਦਿਲ ਟ੍ਰਾਂਸਪਲਾਂਟ ਦਿਵਸ। ਅਤੇ ਦੇਖੋ ਜੋ ਕਿ ਸਟੈਟਿਕ ਜੀਕੇ ਤੌਰ 'ਤੇ ਕੁਐਸਚਨ ਬਣ ਜਾਂਦਾ ਹੈ। ਹਾਰਟ ਟ੍ਰਾਂਸਪਲਾਂਟ ਦਿਵਸ ਜੋ ਪੂਰੇ ਭਾਰਤ ਦੇ ਵਿੱਚ 3 ਅਗਸਤ ਨੂੰ ਮਨਾਇਆ ਜਾਂਦਾ ਹੈ। ਭਾਰਤ ਵਿੱਚ ਪਹਿਲੀ ਜੋ ਦਿਲ ਦੀ ਸਪੁਰਦਗੀ ਸੀ 3 ਅਗਸਤ 1994 ਨੂੰ ਸਰਜਨ ਪੀ ਵੇਣੂਗੋਪਾਲ ਦੁਆਰਾ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਦਿੱਲੀ ਵਿਖੇ ਕੀਤੀ ਗਈ ਸੀ। ਠੀਕ ਹੈ, ਇਹ ਕੁਐਸਚਨ ਬਣਦਾ ਇੱਥੋਂ ਲੈ ਕੇ, ਜੋ ਕਿ ਭਾਰਤ ਦੇ ਵਿੱਚ ਪਹਿਲੀ ਦਿਲ ਦੀ ਸਪੁਰਦਗੀ ਕਦੋਂ ਕੀਤੀ ਗਈ ਸੀ? 3 ਅਗਸਤ 1994 ਦੇ ਵਿੱਚ। ਤੋਂ ਕਿਹਨਾਂ ਦੁਆਰਾ? ਸਰਜਨ ਪੀ ਵੇਣੂਗੋਪਾਲ ਦੁਆਰਾ। ਅਤੇ ਇੰਸਟੀਚਿਊਟ ਸੀ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਦਿੱਲੀ ਵਿਖੇ। ਠੀਕ ਹੈ, ਇਸ ਸਰਜਰੀ ਦੇ ਵਿੱਚ 20 ਸਰਜਨਾਂ ਨੇ ਯੋਗਦਾਨ ਪਾਇਆ ਅਤੇ ਇਹ ਸਫਲ ਸਰਜਰੀ 159 ਮਿੰਟਾਂ ਦੇ ਵਿੱਚ ਕੀਤੀ ਗਈ ਸੀ। ਠੀਕ ਹੈ, ਇੱਥੋਂ ਵੀ ਕੁਐਸਚਨ ਬਣਦਾ ਹੈ ਕਿ ਜੋ ਪਹਿਲੀ ਸਰਜਰੀ ਸੀ 20 ਸਰਜਨਾਂ ਇਸ ਦੇ ਵਿੱਚ ਯੋਗਦਾਨ ਪਾਇਆ ਸੀ, ਕਿੰਨੇ ਮਿੰਟਾਂ ਵਿੱਚ ਕੀਤੀ ਸੀ? 59 ਮਿੰਟਾਂ ਦੇ ਵਿੱਚ। ਠੀਕ ਹੈ, ਤਾਂ ਇਹ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਬਣ ਜਾਂਦਾ ਹੈ। ਤਾਂ ਇਹ ਸਾਰੀ ਬੇਸਿਕ ਜਾਣਕਾਰੀ ਹੈ, ਸੋ ਨੋਟ ਰੱਖਣੀ ਤੋਂ ਨਹੀਂ। 17 ਏਕੜ ਜ਼ਮੀਨ ਦਾ ਅਲਾਟਮੈਂਟ ਹੈ ਜੋ ਇਸ ਦਾ ਪੱਤਰ ਜੇਕੇ ਗਰੁੱਪ ਨੂੰ ਸੌਂਪਿਆ ਗਿਆ, ਜੋ ਕਿ ਪੰਜਾਬ ਵਿੱਚ ਆਪਣਾ 150 ਕਰੋੜ ਰੁਪਏ ਦਾ ਪਹਿਲਾ ਨਿਵੇਸ਼ ਕਰ ਰਿਹਾ ਹੈ ਅਤੇ ਇਹ ਕਿੱਥੇ ਆਪਣਾ ਯੂਨਿਟ ਸਥਾਪਿਤ ਕਰ ਰਿਹਾ ਹੈ? ਤਾਂ ਹੁਣ ਦੱਸਣਾ। ਦੇਖੋ 2 ਕੁਐਸਚਨ ਤਾਂ ਇਸ ਦੇ ਵਿੱਚ ਉੱਪਰ ਹੀ ਬਣ ਜਾਂਦੇ ਨੇ, ਬਟ ਪਹਿਲਾਂ ਤੁਹਾਨੂੰ ਇਹ ਦੱਸੋ ਵੀ ਇਸ ਦਾ ਜੋ ਯੂਨਿਟ ਹੈ ਕਿੱਥੇ ਸਥਾਪਿਤ ਕੀਤਾ ਜਾ ਰਿਹਾ ਹੈ। ਤਾਂ ਦੇਖੋ ਜੋ 2 ਆਪਸ਼ਨਸ ਨੇ ਇਸ ਦੇ ਨੀਚੇ ਵੀ ਨੇ। ਸੋ ਅੰਮ੍ਰਿਤਸਰ ਤੋਂ ਇਲਾਵਾ ਬਠਿੰਡਾ ਅਤੇ ਲੁਧਿਆਣਾ ਦੇ ਨੀਚੇ ਵੀ ਨੇ। ਤਾਂ ਗਾਇਸ ਜੋ ਕਿ ਯੂਨਿਟ ਹੈ ਇਹ ਸਥਾਪਿਤ ਕੀਤੀ ਜਾਏਗੀ ਲੁਧਿਆਣਾ ਦੇ ਵਿੱਚ। ਸੋ ਰਾਈਟ ਆਂਸਰ ਕਿਹੜਾ ਹੋਏਗਾ? ਆਪਸ਼ਨ ਨੰਬਰ ਡੀ ਰਾਈਟ ਆਂਸਰ ਹੋਏਗਾ, ਲੁਧਿਆਣਾ ਦੇ ਵਿੱਚ। ਜੋ ਯੂਨਿਟ ਹੈ ਸਥਾਪਿਤ ਲੁਧਿਆਣਾ ਦੇ ਵਿੱਚ ਕੀਤੀ ਜਾਏਗੀ। ਦੇਖੋ ਹੁਣ ਦੁਬਾਰਾ ਪੜ੍ਹਦੇ ਹਾਂ ਕੁਐਸਚਨ ਆਪਾਂ, ਜੋ ਕਿ 17 ਏਕੜ ਜ਼ਮੀਨ ਅਲਾਟ ਹੈ। ਸੋ ਇਹ ਪੱਤਰ ਕਿਸ ਨੂੰ ਸੌਂਪਿਆ ਗਿਆ ਹੈ? ਜੇਕੇ ਗਰੁੱਪ ਨੂੰ। ਠੀਕ ਹੈ, ਕੁਐਸਚਨ ਇੱਕ ਤਾਂ ਇੱਥੋਂ ਬਣ ਜਾਂਦਾ ਹੈ 17 ਏਕੜ ਦਾ ਜ਼ਮੀਨ ਦਾ ਜੋ ਅਲਾਟਮੈਂਟ ਪੱਤਰ ਜੇਕੇ ਗਰੁੱਪ ਨੂੰ ਸੌਂਪਿਆ ਗਿਆ ਹੈ। ਅਤੇ ਦੂਸਰਾ ਕੁਐਸਚਨ ਬਣਦਾ ਦੇਖੋ ਸੋ ਪੰਜਾਬ ਵਿੱਚ 150 ਕਰੋੜ ਰੁਪਏ ਦਾ ਜੋ ਪਹਿਲਾ ਨਿਵੇਸ਼ ਕਰ ਰਿਹਾ ਹੈ। ਠੀਕ ਹੈ, 150 ਕਿੰਨੇ ਕਰੋੜ ਰੁਪਏ ਦਾ? 150 ਕਰੋੜ ਰੁਪਏ ਦਾ। ਤੀਸਰਾ ਸੋ ਇਹ ਆਪਣਾ ਯੂਨਿਟ ਕਿੱਥੇ ਸਥਾਪਿਤ ਕਰ ਲਿਆ? ਸੋ ਲੁਧਿਆਣਾ ਦੇ ਵਿੱਚ। ਠੀਕ ਹੈ ਗਾਈਸ, ਸੋ ਲੁਧਿਆਣਾ ਦੇ ਵਿੱਚ ਇਹ ਯੂਨਿਟ ਸਥਾਪਿਤ ਕਰ ਰਿਹਾ ਹੈ। ਸੋ ਇੰਨਾ ਕੁਐਸਚਨ ਯਾਦ ਰੱਖਣਾ ਹੈ। ਤਾਂ ਇੰਨਾ ਕੁਐਸਚਨ ਯਾਦ ਰੱਖਿਓ, ਸੋ ਬਹੁਤ ਹੈ। ਹਾਲ ਹੀ ਵਿੱਚ ਕਿਸ ਬੈਂਕ ਨੇ ਨਵੀਂ ਸਕੀਮ ਤਤਕਾਲ ਯੋਜਨਾ ਸ਼ੁਰੂ ਕੀਤੀ ਹੈ? ਤਾਂ ਉਸ ਬੈਂਕ ਦਾ ਨਾਮ ਹੈ ਗਾਈਸ। ਸੋ ਰਾਈਟ ਆਂਸਰ ਆਪਸ਼ਨ ਨੰਬਰ ਬੀ PNB, ਪੰਜਾਬ ਨੈਸ਼ਨਲ ਬੈਂਕ ਤਤਕਾਲ ਯੋਜਨਾ। ਸੋ ਇਸ ਦੇ ਨਾਲ ਪੂਰੀ ਜੁੜੀ ਹੈ ਯੋਜਨਾ। ਠੀਕ ਹੈ, ਸੋ ਰਾਈਟ ਆਂਸਰ ਆਪਸ਼ਨ ਨੰਬਰ ਬੀ ਹੋਏਗਾ, ਪੰਜਾਬ ਨੈਸ਼ਨਲ ਬੈਂਕ ਨੇ ਤਤਕਾਲ ਯੋਜਨਾ ਸ਼ੁਰੂ ਕੀਤੀ ਹੈ। ਸੋ ਇਸ ਦੇ ਨਾਲ ਜੁੜੀ ਜਾਣਕਾਰੀ ਵੇਖਦੇ ਹਾਂ ਆਪਾਂ। ਤਾਂ ਵੇਖੋ ਇਸ ਜਾਣਕਾਰੀ ਦੇ ਵਿੱਚ ਕੀ ਲਿਖਿਆ ਹੈ। ਇਸ ਯੋਜਨਾ ਦੇ ਤਹਿਤ ਬੈਂਕ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ। ਜੇਕਰ ਤੁਸੀਂ ਵੀ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਯੋਜਨਾ ਬਹੁਤ ਫਾਇਦੇਮੰਦ ਹੈ। ਠੀਕ ਹੈ ਗਾਇਸ, ਸੋ ਮਤਲਬ ਕਿ ਬਿਜ਼ਨਸ ਤੌਰ 'ਤੇ ਸੋ ਇਹ ਜੋ ਤਤਕਾਲ ਯੋਜਨਾ ਸ਼ੁਰੂ ਕੀਤੀ ਗਈ ਹੈ। ਪੰਜਾਬ ਨੈਸ਼ਨਲ ਬੈਂਕ ਦੀ ਸਕੀਮ ਦਾ ਨਾਮ PNB ਤਤਕਾਲ ਯੋਜਨਾ ਰੱਖਿਆ ਗਿਆ, ਯਾਨੀ ਕਿ ਪੂਰੀ ਜੋ ਬੈਂਕ ਦੇ ਨਾਲ ਜੁੜਿਆ ਹੈ। ਅਤੇ ਬੈਂਕ ਦੀ ਇਸ ਯੋਜਨਾ ਦੇ ਤਹਿਤ ਤੁਹਾਨੂੰ 5 ਲੱਖ ਤੋਂ ਰੁਪਏ ਤੋਂ 25 ਲੱਖ ਰੁਪਏ ਦੀ ਜੋ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਕਿੰਨੇ ਤੋਂ? 5 ਲੱਖ ਤੋਂ 25 ਲੱਖ ਦੀ। ਅਤੇ ਇਹ ਸਹੂਲਤ ਵਿਸ਼ੇਸ਼ ਵਪਾਰੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ੁਰੂ ਕੀਤੀ ਗਈ ਹੈ। ਇਹ ਕਰਜ਼ਾ ਵਪਾਰੀਆਂ ਨੂੰ ਬੈਂਕ ਵੱਲੋਂ ਦਿੱਤਾ ਜਾਵੇਗਾ। ਇਸ ਕਰਜ਼ੇ ਰਾਹੀਂ ਤੁਸੀਂ ਸਿਰਫ ਆਪਣਾ ਕਾਰੋਬਾਰ ਵਧਾ ਸਕਦੇ ਹੋ, ਤੁਸੀਂ ਕੋਈ ਵੀ ਜਾਇਦਾਦ ਨਹੀਂ ਖਰੀਦ ਸਕਦੇ। ਠੀਕ ਹੈ, ਸੋ ਇਸ ਦੇ ਵਿੱਚ ਇਹ ਸੋ ਮੈਂਡੇਟਰੀ ਕਰਿਆ ਗਿਆ, ਜ਼ਰੂਰੀ ਕੀਤਾ ਗਿਆ ਵੀ ਸਿਰਫ ਆਪਣਾ ਕਾਰੋਬਾਰ ਜਾਂ ਬਿਜ਼ਨਸ ਕਰ ਸਕਦੇ ਹੋ, ਬਟ ਤੁਸੀਂ ਕੀ ਨਹੀਂ ਕਰ ਸਕਦੇ? ਜਾਇਦਾਦ ਨਹੀਂ ਲੈ ਸਕਦੇ ਇਸ ਦੇ ਵਿੱਚੋਂ। ਠੀਕ ਹੈ, ਪੁਆਇੰਟ ਦੱਸਿਆ ਗਿਆ ਇਸ ਦੇ ਵਿੱਚ। ਅਤੇ ਇਸ ਦੇ ਵਿੱਚ ਲਿਮਿਟ ਦੱਸੀ ਗਈ ਹੈ 5 ਲੱਖ ਰੁਪਏ ਤੋਂ ਲੈ ਕੇ 25 ਲੱਖ ਰੁਪਏ ਦੀ। ਸੋ
PNB ਤਤਕਾਲ ਯੋਜਨਾ। ਪੰਜਾਬ ਸਰਕਾਰ ਨੇ ਸੂਬੇ ਦੇ ਕਿੰਨੇ ਕਰੀਬ ਕਿਸਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸਾਲ 2021-22 ਦੇ ਲਈ ਸਿਹਤ ਬੀਮਾ ਯੋਜਨਾ ਦੇ ਘੇਰੇ ਵਿੱਚ ਲਿਆਉਣ ਦਾ ਫੈਸਲਾ ਕੀਤਾ ਹੈ? ਤਾਂ ਕਿ ਦਵਾਈਸ ਦੇਖੋ ਤੁਹਾਨੂੰ ਪਤਾ ਹੀ ਹੋਣਾ, ਸੋ ਸਿਹਤ ਬੀਮਾ ਯੋਜਨਾ ਪਹਿਲਾਂ ਤੋਂ ਹੀ ਆ ਚੁੱਕੀ ਹੈ। ਇਸ ਦੇ ਵਿੱਚ ਪਹਿਲਾਂ ਵੀ ਜੋ ਕਿਸਾਨ ਸੀ ਐਡ ਕੀਤੇ ਗਏ ਸੀ, ਬਟ ਇਸ ਦੇ ਵਿੱਚ ਹੁਣ 2021-22 ਦੇ ਵਿੱਚ ਫਿਰ ਇਸ ਯੋਜਨਾ ਦਾ ਮਤਲਬ ਤੁਸੀਂ ਸੋਚ ਲਓ ਵੀ ਇਸ ਦੇ ਵਿੱਚ ਨਵੇਂ ਐਡ ਕੀਤੇ ਜਾਣਗੇ। ਤਾਂ ਉਹ ਕਿੰਨੇ ਕਿ ਐਡ ਕੀਤੇ ਜਾਣਗੇ? 8.5 ਲੱਖ ਦੇ ਕਰੀਬ। ਸੋ ਰਾਈਟ ਆਨਸਰ ਆਪਸ਼ਨ ਨੰਬਰ ਏ ਹੈ। 8.5 ਲੱਖ ਦੇ ਕਰੀਬ ਨੇ ਜੋ ਕਿਸਾਨ ਨੇ ਇਸ ਸਿਹਤ ਬੀਮਾ ਯੋਜਨਾ ਦੇ ਘੇਰੇ ਦੇ ਵਿੱਚ ਲਿਆਉਣ ਦਾ ਫੈਸਲਾ ਕੀਤਾ ਗਿਆ ਹੈ ਪੰਜਾਬ ਸਰਕਾਰ ਦੇ ਦੁਆਰਾ। ਠੀਕ ਹੈ ਗਾਇਸ। ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੀ 15ਵੀਂ ਵਰ੍ਹੇਗੰਢ 'ਤੇ ਕਿਸ ਨੂੰ ਜਥੇਬੰਦੀ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ? ਤਾਂ ਗਾਇਸ ਸੋ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੀ ਜੋ 15ਵੀਂ ਵਰ੍ਹੇਗੰਢ ਸੀ ਉਸ ਦੇ ਤੌਰ 'ਤੇ ਜਥੇਬੰਦੀ ਦਾ ਜੋ ਨਵਾਂ ਪ੍ਰਧਾਨ ਬਣਾਇਆ ਗਿਆ ਹੈ, ਸੋ ਨਾਮ ਹੈ ਉਹਨਾਂ ਦਾ ਭਾਈ ਰਣਜੀਤ ਸਿੰਘ ਦਮਦਮਨੀ ਟਕਸਾਲ ਦੇ ਤੌਰ 'ਤੇ। ਸੋ ਇਹ ਦਸਤਖਤ ਕੀਤੇ ਗਏ ਨੇ। ਸੋ ਜਥੇਬੰਦੀ ਦੇ ਨਵੇਂ ਪ੍ਰਧਾਨ ਬਣੇ ਨੇ ਭਾਈ ਰਣਜੀਤ ਸਿੰਘ। ਠੀਕ ਹੈ। ਸੋ ਭਿੰਡਰਾਂਵਾਲੇ ਦੀ ਕਿੰਨਵੀਂ ਵਰ੍ਹੇਗੰਢ ਸੀ? 15ਵੀਂ। ਸੋ ਇਹ ਵੀ ਯਾਦ ਰੱਖਣੀ ਹੈ। ਨਿਮਨਲਿਖਤ ਵਿੱਚੋਂ ਕਿਹੜੀ IIT ਸੰਸਥਾ ਨੇ ਉੱਤਰਾਖੰਡ ਦੇ ਲਈ ਭੂਚਾਲ ਅਰਲੀ ਚੇਤਾਵਨੀ ਮੋਬਾਈਲ ਐਪ EEW ਲਾਂਚ ਕੀਤੀ ਹੈ? ਤਾਂ ਗਾਇਸ EEW ਲਾਂਚ ਕੀਤੀ ਗਈ ਹੈ। ਸੋ ਇਹ ਕੀਤੀ ਗਈ ਹੈ IIT ਰੁੜਕੀ ਦੇ ਵੱਲੋਂ। ਸੋ ਆਪਸ਼ਨ ਨੰਬਰ ਡੀ ਰਾਈਟ ਆਨਸਰ ਹੋਏਗਾ। ਠੀਕ ਹੈ। IIT ਰੁੜਕੀ ਵੱਲੋਂ EEW ਜੋ ਕਿ ਉੱਤਰਾਖੰਡ ਦੇ ਲਈ ਭੂਚਾਲ ਅਰਲੀ ਚੇਤਾਵਨੀ ਮੋਬਾਈਲ ਐਪ ਲਾਂਚ ਕੀਤੀ ਗਈ ਹੈ। ਅਤੇ ਆਓ ਇਸ ਨੂੰ ਡਿਟੇਲ ਵਿੱਚ ਤੁਹਾਨੂੰ ਦੱਸਦੇ ਹਾਂ। ਤਾਂ ਦੇਖੋ, ਜੇਕਰ ਫੁੱਲ ਫਾਰਮ ਪੁੱਛੀ ਜਾਂਦੀ ਹੈ EEW ਅਰਥਕੁਐਕ ਅਰਲੀ ਵਾਰਨਿੰਗ। ਠੀਕ ਹੈ। ਅਤੇ IIT ਰੁੜਕੀ ਨੇ ਹਾਲ ਹੀ ਦੇ ਵਿੱਚ ਉੱਤਰਾਖੰਡ ਦੇ ਲਈ ਭੂਚਾਲ ਦੀ ਆਗਾਮੀ ਚੇਤਾਵਨੀ ਦੇ ਲਈ EEW ਲਾਂਚ ਕੀਤਾ ਹੈ। ਇਹ ਭੂਚਾਲ ਮੁੱਢਲੀ ਚੇਤਾਵਨੀ ਮੋਬਾਈਲ ਐਪ ਲੋਕਾਂ ਨੂੰ ਤਬਾਹੀ ਦੀ ਸ਼ੁਰੂਆਤ ਬਾਰੇ ਜਾਗਰੂਕ ਕਰੇਗੀ। ਇਹ ਐਪ ਨੂੰ ਉੱਤਰਾਖੰਡ ਰਾਜ ਪ੍ਰਬੰਧਨ ਅਥਾਰਟੀ ਦੁਆਰਾ ਸਪਾਂਸਰ ਕੀਤਾ ਗਿਆ ਹੈ। ਠੀਕ ਹੈ ਗਾਇਸ। ਸੋ ਇਹ ਜਾਣਕਾਰੀ ਤੁਹਾਨੂੰ ਦੱਸ ਦਿੱਤੀ ਹੈ, ਤਾਂ ਨੋਟ ਰੱਖਣੀ ਜਾਣਕਾਰੀ। ਹਾਂਜੀ ਦੋਸਤੋ, ਨੈਕਸਟ ਕੁਐਸਚਨ ਆਪਣੇ ਕੋਲ, ਡਾਕਟਰ ਧ੍ਰਿਤੀ ਬੈਨਰਜੀ ਨੂੰ ਭਾਰਤ ਦੇ ਜੀਵ ਵਿਗਿਆਨ ਸਰਵੇਖਣ ਦੀ ਕਿਹੜੀ ਮਹਿਲਾ ਨਿਰਦੇਸ਼ਕ ਵਜੋਂ ਪ੍ਰਵਾਨਗੀ ਦਿੱਤੀ ਗਈ ਹੈ? ਤਾਂ ਮਤਲਬ ਕਿੰਨਵੇਂ ਨੰਬਰ ਦੀ ਬਣਨਗੇ ਇਹ? ਸੋ ਗਾਇਸ ਇਹ ਪਹਿਲੇ ਨੰਬਰ ਦੀ ਬਣਨਗੇ। ਤਾਂ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ। ਠੀਕ ਹੈ। ਡਾਕਟਰ ਧ੍ਰਿਤੀ ਬੈਨਰਜੀ। ਤਾਂ ਇਹ ਕੁਐਸਚਨ ਘੁੰਮ ਫਿਰਾ ਕੇ ਬਣ ਸਕਦਾ ਹੈ। ਠੀਕ ਹੈ। ਪੁੱਛ ਲੈਂਦੇ ਨੇ ਕਈ ਵਾਰ। ਸੋ ਭਾਰਤ ਦੇ ਜੀਵ ਵਿਗਿਆਨ ਸਰਵੇਖਣ ਦੇ ਸੋ ਪਹਿਲੀ ਮਹਿਲਾ ਨਿਰਦੇਸ਼ਕ ਵਜੋਂ ਕਿਹਨਾਂ ਨੂੰ ਚੁਣਿਆ ਗਿਆ ਹੈ? ਡਾਕਟਰ ਧ੍ਰਿਤੀ ਬੈਨਰਜੀ। ਸੋ ਨਾਮ ਇਹਨਾਂ ਯਾਦ ਰੱਖਿਓ। ਸੋ ਪਹਿਲੀ ਬਣੇ ਨੇ ਇਹ। ਕੇਂਦਰ ਸਰਕਾਰ ਨੇ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਦਾ ਨਾਂ ਕਿਸ ਦੇ ਨਾਂ 'ਤੇ ਰੱਖਣ ਦਾ ਐਲਾਨ ਕੀਤਾ ਹੈ? ਤਾਂ ਇਹ ਰੱਖਿਆ ਗਾਇਸ ਸੋ ਹਾਕੀ ਦੇ ਜਾਦੂਗਰ ਦੇ ਨਾਮ ਨਾਲ ਜਾਣੇ ਜਾਂਦੇ ਨੇ, ਮੇਜਰ ਧਿਆਨ ਚੰਦ ਜੀ ਦੇ। ਠੀਕ ਹੈ। ਸੋ ਕੇਂਦਰ ਸਰਕਾਰ ਨੇ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਦਾ ਨਾਂ ਮੇਜਰ ਧਿਆਨ ਚੰਦ ਜੀ ਦੇ ਨਾਂ 'ਤੇ ਰੱਖਣ ਦਾ ਐਲਾਨ ਕੀਤਾ ਹੈ। ਅਤੇ ਇਸ ਦੇ ਵਿੱਚ ਹੋਰ ਕੀ ਦੱਸਿਆ ਗਿਆ ਹੈ? ਦੇਖੋ, ਜੋ ਕਿ ਹਾਕੀ ਦੇ ਜਾਦੂਗਰ ਵਜੋਂ ਜਾਣੇ ਜਾਂਦੇ ਨੇ, ਇਹ ਤੁਹਾਨੂੰ ਦੱਸ ਦਿੱਤਾ। ਖੇਲ ਰਤਨ ਸਨਮਾਨ ਅਧੀਨ 25 ਲੱਖ ਰੁਪਏ ਦਾ ਨਗਦ ਇਨਾਮ ਦਿੱਤਾ ਜਾਂਦਾ ਹੈ। ਅਤੇ ਮੇਜਰ ਧਿਆਨ ਚੰਦ ਜੀ ਨੇ ਆਪਣੀ ਸੋ ਆਖਰੀ ਓਲੰਪਿਕਸ ਬਰਲਿਨ 1936 ਦੇ ਵਿੱਚ ਕੁੱਲ 13 ਗੋਲਡ ਨਾਲ ਇਸ ਦੇ ਵਿੱਚ ਕੀਤੇ ਸੀ। ਸੋ ਬਰਲਿਨ 1936 ਦੇ ਵਿੱਚ ਸੋ ਇਹਨਾਂ ਨੇ ਪ੍ਰਸਿੱਧੀ ਕੱਟੀ ਸੀ ਇਸ ਦੇ ਵਿੱਚ। ਠੀਕ ਹੈ। ਸੋ ਯਾਦ ਰੱਖਿਓ। ਇਸਰੋ ਨੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਧਰਤੀ ਨਿਰੀਖਣ ਉਪਗ੍ਰਹਿ EOS 03 ਲਾਂਚ ਕਰਨ ਦੀ ਘੋਸ਼ਣਾ ਕਦੋਂ ਕੀਤੀ ਹੈ? ਤਾਂ ਇਹ ਘੋਸ਼ਣਾ ਕੀਤੀ ਸੀ ਗਾਇਸ 12 ਅਗਸਤ ਨੂੰ। ਠੀਕ ਹੈ। ਹੁਣ ਤਾਂ ਲੰਘ ਚੁੱਕੀ ਹੈ। ਤਾਂ ਇਹ 12 ਅਗਸਤ ਨੂੰ ਲਾਂਚ ਕੀਤੀ ਸੀ ਅਤੇ ਇਸ ਦੇ ਵਿੱਚ ਕੁਝ ਕਮੀ ਵੀ ਆ ਗਈ ਸੀ, ਅਸਫਲ ਰਹਿ ਗਿਆ ਸੀ, ਬਟ ਦੁਬਾਰਾ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਖੋ, ਠੀਕ ਹੈ। ਸੋ 12 ਅਗਸਤ ਨੂੰ ਇਹ ਕੋਸ਼ਿਸ਼ ਕੀਤੀ ਗਈ ਸੀ। ਠੀਕ ਹੈ। EOS 03 ਲਾਂਚ ਕਰਨ ਦੀ। ਠੀਕ ਹੈ। ਇਸਰੋ ਦੇ ਸੋ ਸਤੀਸ਼ ਧਵਨ ਪੁਲਾੜ ਕੇਂਦਰ ਤੋਂ। ਹੇਠ ਲਿਖਿਆਂ ਵਿੱਚੋਂ ਕਿਸ ਵਿਭਾਗ ਨੇ ਹਾਲ ਹੀ ਦੇ ਵਿੱਚ ਖੇਤੀ ਸਵੈਚਾਲਿਤ ਮੌਸਮ ਕੇਂਦਰ ਸਥਾਪਿਤ ਕਰਨ ਦਾ ਕੰਮ ਸ਼ੁਰੂ ਕੀਤਾ ਹੈ? ਤਾਂ ਜੋ ਖੇਤੀ ਸਵੈਚਾਲਿਤ ਮੌਸਮ ਕੇਂਦਰ ਸਥਾਪਿਤ ਕਰਨ ਦਾ ਕੰਮ ਸ਼ੁਰੂ ਕੀਤਾ ਹੈ ਗਾਇਸ। ਸੋ ਰਾਈਟ ਆਨਸਰ ਕਿਹੜਾ ਹੋਏਗਾ? ਵਿਭਾਗ ਕਿਹੜਾ ਉਹ? ਭਾਰਤ ਮੌਸਮ ਵਿਗਿਆਨ ਵਿਭਾਗ। ਠੀਕ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਕੰਮ ਸ਼ੁਰੂ ਕੀਤਾ ਹੈ ਸੋ ਖੇਤੀ ਸਵੈਚਾਲਿਤ ਮੌਸਮ ਕੇਂਦਰ ਸਥਾਪਿਤ ਕਰਨ ਦਾ। ਤਾਂ ਖੇਤੀ ਨਾਲ ਜੁੜਿਆ ਤਾਂ ਉਸ ਦੇ ਪ੍ਰਤੀ ਸੋ ਮੌਸਮ ਵਿਭਾਗ ਨਾਲ ਜੁੜ ਗਿਆ। ਹਾਂਜੀ ਦੋਸਤੋ, ਨੈਕਸਟ ਕੁਐਸਚਨ ਦੇਖੋ, ਜਵਾਹਰ ਸਰਕਾਰ ਨੇ ਇਹਨਾਂ ਦੇ ਵਿੱਚੋਂ ਕਿਹੜੀ ਰਾਜਨੀਤਿਕ ਪਾਰਟੀ ਦੇ ਨੇਤਾ ਹਾਲ ਹੀ ਦੇ ਵਿੱਚ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ ਹੈ? ਤਾਂ ਰਾਜ ਸਰਕਾਰ ਨੇ ਗਾਇਸ ਸੋ ਰਾਜਨੀਤਿਕ
जो पार्टी इन्हां दी सो TMC तृणमूल कांग्रेस, सो इस पार्टी नाल संबंध रखते हैं TMC, ठीक है, ऑल इंडिया तृणमूल कांग्रेस पार्टी। सो जवाहर सरकार इस पार्टी ने संबंध रखती है तो इन्होंने राज सभा मैंबर वजों सौंप चुकी है। नैक्सट क्वेश्चन देखो, 7 अगस्त को पूरे भारत दे विच किहड़ा दिन मनाया जाता है। टाइम क्वेश्चन बहुत ज़्यादा इंपॉर्टेंट है गाइस, क्योंकि पहला भी बहुत बारी जो एग्जाम के क्वेश्चन पूछे गए। तो 7 अगस्त को मनाया जाता है गाइस राष्ट्रीय हैंडलूम दिवस। सो राइट आंसर ऑप्शन नंबर ए है, जिसनों आप हथकरघा दिवस भी कह दिंदे हैं कई बार, ठीक है। राष्ट्रीय हैंडलूम दिवस जो कि 7 अगस्त को पूरे भारत के मनाया जाता है। किस भारती खिडारी ने टोक्यो ओलंपिक्स 2020 के 13 साल बाद भारत लिए सोन तमगा जितया है। तो गाइस वो खिडारी ने जैवलिन थ्रो दे, तो तुहानूं पता लग गया होना। सो 13 साल बाद जिन्हें जितया तो उन्होंने नाम है नीरज चोपड़ा। सो राइट आंसर ऑप्शन नंबर बी है। तो इन्होंने नाल जुड़ी जानकारी वेखते हैं आप। तो देखो की लिखा है, टोक्यो ओलंपिक्स 2020 पुरुषों के जैवलिन थ्रो के फाइनल के नीरज चोपड़ा ने 13 सालों के बाद 87.58 मीटर के स्कोर के नाल शिखर उत्ते रह के भारत के लिए सोन तमगा जितया है। सो उसने 121 सालों के इतिहास के पहली बार ट्रैक एंड फील्ड में भारत को सोन तमगा दिवाया है। तो इस खेत्र के सोन तमगा जितने वाला वो पहला भारती है, और व्यक्तिगत मुकाबले में सोन तमगा जितने वाला दूजा भारती है, ठीक है। सो ये याद रखना है, सो इतने कन्फ्यूज नहीं होना। तो इस सोना जितने वाला तो पहला भारती है, बट व्यक्तिगत मुकाबले में सोना जितने वाला है वो दूजा भारती है। सो अगे जानकारी तुहानूं डिटेल दे दसांगे अगे भी है। सो इस नाल जुड़ी जानकारी, संविधान का किहड़ा सोध बिल हाल ही दे लोक सभा दे विच पेश किया गया है। तो जो अमेंडमेंट बिल है गाइस ये सो संविधान के लोक सभा के पेश किया गया है 127 नंबर का। सो राइट आंसर किहड़ा होएगा, ऑप्शन नंबर सी राइट आंसर है, ठीक है। तो गाइस तुहानूं मैं पहले दस्सा सी टैस्ट लगा के वेख रहे होंगे तुसीं, ठीक है। तुहाडे बहुत सारे राइट आंसर हो रहे होंगे, क्योंकि जिहड़े डेली वेखते हैं सो उन्होंने ज़्यादातर आंसर पता ही होंदा है, ठीक है। तो मैं तां ही कहना भी सो डेली वेख लिया करो, तो आसान होंदा है। तो क्वेश्चन सो जल्द याद होंदा, तो आपको खुशी होंदी है भी क्वेश्चन याद होंदा है, तो टैस्ट लगाउण दे विच भी सो मज़ा आउंदा आपां नूं, ठीक है गाइस। तो बढ़दे नैक्सट क्वेश्चन दे वल आपां, किस राज्य विच प्रधानमंत्री नरेंद्र मोदी वीडियो कॉन्फ्रेंस राहीं उज्जवल योजना 2.0 की शुरुआत की है। तो ही की गाइस सो उत्तर प्रदेश के यूपी के सो उत्तर प्रदेश के उन्होंने वीडियो कॉन्फ्रेंसिंग राही उज्जवल योजना 2.0 की शुरुआत की है। तो मैं तुम्हें दसना भुल गया गाइस, सो जेकर तुम करंट अफेयर सो देखना चाहते हो सो 2 दिन की आप करंट अफेयर इकट्ठी लियाने आ, क्योंकि पंजाब की इन्नी करंट अफेयर ज़्यादा नहीं बनती, तो ज़्यादा इंपोर्टेंट भी आप क्वेश्चन ज़्यादा नहीं लियाते। सो 10 क्वेश्चन होंगे ने लगभग, ठीक है। तो तुसी अपना चैनल है पंजाब करंट जॉब, पंजाब करंट जॉब, ठीक है। सो इस नाम से अपना चैनल है। तो तुसी इसका लिंक तुहानूं प्लेलिस्ट अपनी जो डिस्क्रिप्शन है वीडियो का उस भी मिल जाएगा। तो इसका लिंक मैं टैलीग्राम के उपर पाया हुआ है, तो इस चैनल जुड़ जाओ गाइस। सो तुहानूं इंपोर्टेंट जो भी करंट अफेयर है वो तुहानूं प्रोवाइड की जाएगी इस चैनल के उपर। तो बहुत सारे स्टूडेंट उसके उपर जुड़े हुए हैं, ठीक है। सो इसका जो करंट अफेयर उसका सो फायदा ले रहे हैं। हाल ही विच दिल्ली दे विच कोविड-19 के प्रभावी प्रबंधन के लिए ग्रैप लागू करने का आदेश किसने जारी किया है। तो दिल्ली के विच गल हुई है, तो देखो सो दिल्ली आफत प्रबंधन अथॉरिटी ने। सो आसान क्वेश्चन है बिल्कुल ये, सो ईजिली याद रह जाएगा। भारत द्वारा किहड़ी कोविड-19 टीके की घोषणा जल्द ही सूइयां तो मुक्त की जाएगी। तो वह है गाइस ZY-CoV-D, ठीक है। सो ऑप्शन नंबर बी राइट आंसर है। ZY-CoV-D है जो कि अपनी सूइयां होंदी ने उस तो मुक्त करने के लिए सो ये वैक्सीन है शुरू की जाएगी कोविड-19 के विरुद्ध। बॉर्डर रोड ऑर्गेनाइजेशन यानी कि BRO ने भारत की आज़ादी के कितने साल पूरे करने की प्राप्ति के आज़ादी का अमृत महोत्सव मनाने की शुरुआत की है। तो गाइस तुहानूं पता ही होना, देखो सो 75 साल जिमें कि अज 15 अगस्त है, ठीक है। सो उस प्रति बॉर्डर रोड ऑर्गेनाइजेशन यानी कि आप BRO कह दें, उन्होंने आज़ादी के 75 साल पूरे होने की खुशी के आज़ादी का अमृत महोत्सव मनाने की शुरुआत की है। सो राइट आंसर सी होएगा। नैक्सट क्वेश्चन की गल करते हैं, किस राज्य के मुख्यमंत्री ने ई-नगर मोबाइल एप्लीकेशन और पोर्टल लॉन्च किया है। ये किया गाइज ई-नगर मोबाइल एप्लीकेशन गुजरात सरकार ने।
ठीक है। गुजरात के मुख्यमंत्री द्वारा ये लॉन्च किया गया है ई नगर एप्लीकेशनस। सो इस की होएगा, सो इस जिन्हें भी पेशेवर टैक्स होंगे ने, प्रॉपर्टी टैक्स लगा हो गए, जिन्हें भी पानी वगैरह, सो जिन्हें भी शिकायत होणगियां सो इस दर्ज की जा सकदियां ने ई नगर मोबाइल एप्लीकेशन के। ठीक है, एक तरह का पोर्टल है। सो इस सारिया शिकायत दर्ज की जाती ने तो गुजरात सरकार वालों ये एप्लीकेशन लॉन्च किया गया है। ਭਾਰਤ सरकार ने रेखा शर्मा ਨੂੰ NCW की चेयरपर्सन वजों किन्ने साल के वादे ਨੂੰ मंजूरी दी है। देखो जो NCW सो ये की है नैशनल कमीशन फॉर वूमेन, सो उन्होंने चेयरपर्सन ने रेखा शर्मा जी। ठीक है, क्वेश्चन एक तो इतने पुट हो जाता है। NCW के चेयरपर्सन ने रेखा शर्मा जी तो उन्होंने जो कार्यकाल है सो अगे 3 साल के लिए बढ़ा दिता है। सो राइट आंसर ऑप्शन नंबर बी होएगा, 3 साल के लिए बढ़ाया गाइस। सो इंपॉर्टेंट क्वेश्चन है, सो याद रखना है। नैक्सट क्वेश्चन देखो दोस्तों, हाल ही के किस संगठन ने लड़ाई के पहली महिला अधिकारी को शामिल किया है। तो गाइस सो वो संस्था का नाम है इंडो तिब्बतन बॉर्डर पुलिस फोर्स, सो ITBP। ठीक है, ITBP। सो इस वालों फोर्स वालों सो महिला अधिकारी को शामिल किया गया लड़ाई के। किहड़े 2 देशों दीआं जल सेनावां ने जायद तलवार 2021 का अभ्यास किया है। जायद तलवार 2021 का अभ्यास किया गाइस, जो कि एक्सरसाइज है तो पंजाबी के अभ्यास कह दें आपां। तो यह किया है भारत और UAE ने। सो राइट आंसर ऑप्शन नंबर डी है। तो देखो ये जो लिखा है 7 अगस्त 2021 को आबू धाबी के तट तो UAE की जल सेना के नाल एक 2 पक्षी अभ्यास जायद तलवार 2021 किया गया। ठीक है, भारत तो UAE की जल सेना द्वारा 7 अगस्त को किया गया सी ये आबू धाबी के तट तो। नैक्सट क्वेश्चन देखो, क्वेश्चन बहुत ज़्यादा इंपॉर्टेंट है। टोक्यो 2020 ओलंपिक्स के मैडलों की सूची के किहड़ा देश सब तो उपर है। सब तो उपर है USA, यूनाइटेड स्टेट्स अमेरिका। फर्स्ट नंबर पर रहा है। ठीक है, सैकेंड नंबर पर चाइना रहा है, थर्ड नंबर पर जापान रहा है। जेकर भारत के स्थान पूछ लिया जाए सो ओलंपिक के सो भारत का रहेगा इस 48वां। ठीक है, सो भारत को आया 48वां स्थान। तो पहले तो USA, सैकेंड तो चीन, तो तीजे तो जापान। सो भारत का 48वां स्थान है मैडलों की सूची के। नैक्सट देखो दोस्तों, तो ये क्वेश्चन आपने कल या परसों डिस्कस किए सी। तो हाल फिलहाल के क्वेश्चन होए हुए हैं तो लगभग तुहानूं सबनूं याद होने जिन्होंने वीडियो वेखी होनी, बट आप गल फिर भी टेस्ट तौर पर देख लेने ने इसनूं। भारत के कुश्ती फैडरेशनस ने हाल ही अनुशासनहीनता के एक मामले के किहड़े खिडारी नूं अस्थाई तौर पर मुअत्तल किया है। तो राइट आंसर ऑप्शन नंबर सी विनेश फोगाट नूं। ठीक है, नैक्सट क्वेश्चन, किस साल तक चीन ने कार्बन निरपक्ष बनने का टीचा रखा है। 2060 तक रखेगा इसे टीचा। सो चीन ने कार्बन निरपक्ष बनने का टीचा 2060 तक। नैशनल मैरीटाइम हैरीटेज कंपलैक्स है जो भारत के किस राज्य के बनाया जा रहा है तो जिसनों कि अंतरराष्ट्रीय सैर सपाटा स्थान वजों विकसित करने का ऐलान किया गया है। तो गाइस जो कि नैशनल मैरीटाइम हैरीटेज कंपलैक्स है सो ये बनाया जा रहा है गुजरात के। सो राइट आंसर ऑप्शन नंबर सी है, गुजरात के बनाया जा रहा है जो कि सैर सपाटा स्थान वजों सो डिवेलप करने का ऐलान किया गया है। ग्लोबल यूथ डिवेलपमेंट इंडैक्स 2020 के भारत का दर्जा की है। तो गाइस जो कि ये रैंक आई है ग्लोबल यूथ डिवेलपमेंट इंडैक्स के 2020 के भारत दर्जा है 122वां। ठीक है, ऑप्शन नंबर डी राइट आंसर है, 122वां स्थान आया है सो भारत का। 12 अगस्त को दुनिया भर के किहड़ा दिन मनाया जाता है। बिल्कुल आसान है, सो अंतरराष्ट्रीय नौजवान या फिर अंतरराष्ट्रीय युवा दिवस। ऑप्शन नंबर सी राइट आंसर है। अल मोहद अल हिंदी 2021 जो एक एक्सरसाइज है अभ्यास भारत और किहड़े देश के विचकार आयोजित किया गया है। सो ये मोहद जो कि अल मोहद अल हिंदी एक्सरसाइज है भारत और सऊदी अरब के विचकार आयोजित किया गया सी। सो राइट आंसर ऑप्शन नंबर डी होएगा। तो ये क्वेश्चन इंपॉर्टेंट है तो एक्सरसाइज वाले जिन्हें भी क्वेश्चन आ जाते हैं सो भारत के रिलेटेड तो जरूर याद रखने ने। भारत के किहड़े शहर को सर्वेखण 2021 अधीन देश का पहला वाटर प्लस शहर ऐलानिया गया है।
ਇਹ ਐਲਾਨਿਆ ਗਿਆ ਗਾਇਸ ਇੰਦੌਰ। ਸੋ ਆਪਸ਼ਨ ਨੰਬਰ ਡੀ ਰਾਈਟ ਹੋਏਗਾ। ਤੇ ਸਵੱਛਤਾ ਦੇ ਮਾਮਲੇ ਦੇ ਵਿੱਚ ਵੀ ਇਹ ਪਹਿਲੇ ਨੰਬਰ 'ਤੇ ਆਉਂਦਾ ਹੈ ਇੰਦੌਰ। ਇੰਦੌਰ ਸ਼ਹਿਰ ਇਜ਼ ਦਾ ਰਾਈਟ ਆਂਸਰ, ਜੋ ਕਿ ਵਾਟਰ ਪਲੱਸ ਸ਼ਹਿਰ ਐਲਾਨਿਆ ਗਿਆ ਹੈ। ਹਾਂਜੀ ਦੋਸਤੋ, ਸੋ ਮੋਸਟ ਇੰਪੋਰਟੈਂਟ ਕੁਐਸਚਨ, ਭਾਰਤ ਦੇ 75ਵੇਂ ਸੁਤੰਤਰ ਦਿਵਸ ਦਾ ਵਿਸ਼ਾ ਕੀ ਹੈ? ਤਾਂ ਇਸ ਦਾ ਵਿਸ਼ਾ ਹੈ ਗਾਇਸ ਨੇਸ਼ਨਸ ਫਸਟ ਆਲਵੇਜ਼ ਫਸਟ। ਆਪਸ਼ਨ ਨੰਬਰ ਏ ਰਾਈਟ ਆਂਸਰ ਹੈ। ਸੋ 75ਵੇਂ ਸੁਤੰਤਰ ਦਿਵਸ ਦਾ ਜੋ ਥੀਮ ਹੈ ਸੋ ਕੀ ਹੈ ਗਾਇਸ ਨੇਸ਼ਨਸ ਫਸਟ ਆਲਵੇਜ਼ ਫਸਟ। ਸੋ ਇਸ ਨੂੰ ਜ਼ਰੂਰ ਯਾਦ ਰੱਖਿਓ, ਠੀਕ ਹੈ। ਵੀਡੀਓ ਪੌਜ਼ ਕਰਕੇ ਸੋ ਚੰਗੀ ਤਰ੍ਹਾਂ ਯਾਦ ਕਰ ਲੈਣਾ ਇਸ ਨੂੰ। ਭਾਰਤ ਦੇ ਕਿਹੜੇ ਹਵਾਈ ਅੱਡੇ ਨੇ ਸਕਾਈ ਟਰੈਕਸ ਵਰਲਡ ਏਅਰਪੋਰਟ ਅਵਾਰਡਸ 2021 ਦੀ ਰੈਂਕਿੰਗ ਦੇ ਵਿੱਚ ਚੋਟੀ ਦੇ 50 ਸਰਵੋਤਮ ਹਵਾਈ ਅੱਡਿਆਂ ਦੇ ਵਿੱਚ ਸ਼ਾਮਲ ਹੋਇਆ ਹੈ? ਤਾਂ ਉਹ ਸ਼ਾਮਲ ਹੋਏਗਾ ਇਸ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡਾ, ਠੀਕ ਹੈ। ਤਾਂ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡਾ ਜੋ ਕਿ ਸਕਾਈ ਟਰੈਕਸ ਵਰਲਡ ਏਅਰਪੋਰਟ ਅਵਾਰਡਸ 2021 ਦੀ ਰੈਂਕਿੰਗ ਦੇ ਵਿੱਚ ਸੋ ਚੋਟੀ ਦੇ ਜੋ ਕਿ 50 ਸਰਵੋਤਮ ਹਵਾਈ ਅੱਡੇ ਨੇ ਸੋ ਉਹਨਾਂ ਦੇ ਵਿੱਚ ਸ਼ਾਮਲ ਹੋਇਆ। ਸੋ ਇਹ ਵੀ ਇੰਪੋਰਟੈਂਟ ਕੁਐਸਚਨ ਹੈ ਤੇ ਇਹਨਾਂ ਦੇ ਰਿਲੇਟਡ ਇਹੋ ਜਿਹੇ ਕੁਐਸਚਨ ਸੋ ਪਟਵਾਰੀ ਦੇ ਵਿੱਚ ਵੀ ਪੁੱਛੇ ਗਏ ਸੀ, ਸੋ ਨੋਟ ਰੱਖਣੇ ਨੇ। ਤੇ ਗਾਈਜ਼ ਇਹ ਆਪਣੇ ਕੋਲ ਲਾਸਟ ਕੁਐਸਚਨ ਸੀ, ਠੀਕ ਹੈ। ਤੇ ਆਈ ਹੋਪ ਤੁਹਾਨੂੰ ਸੋ ਸਾਰੇ ਕੁਐਸਚਨ ਸਮਝ ਆ ਗਏ ਹੋਣੇ। ਸੋ ਇੱਕ ਵਾਰੀ ਦੋ ਵਾਰੀ ਵੀਡੀਓ ਨੂੰ ਹੋਰ ਵੇਖ ਲਿਓ, ਠੀਕ ਹੈ। ਸੋ ਕੁਐਸਚਨ ਬਹੁਤ ਸਾਰੇ ਇੰਪੋਰਟੈਂਟ ਨੇ ਤੇ ਜਿਹੜੇ ਕਿ ਪੰਜਾਬ ਦੇ ਐਗਜ਼ਾਮਾਂ ਦੇ ਵਿੱਚ ਪੁੱਛੇ ਜਾ ਸਕਦੇ ਨੇ। ਜੇਕਰ ਵੀਡੀਓ ਵਧੀਆ ਲੱਗੀ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਤੇ ਇਸ ਵੀਡੀਓ ਨੂੰ ਦੋਸਤਾਂ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਓ। ਜੇਕਰ ਚੈਨਲ 'ਤੇ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਵਾਲੀ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ, ਠੀਕ ਹੈ ਗਾਈਜ਼। ਤੇ ਤੁਹਾਡੇ ਲਈ ਮੈਂ ਸੋ ਇੰਨਾ ਹਾਰਡ ਵਰਕ ਕਰ ਰਿਹਾ ਤਾਂ ਪਲੀਜ਼ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ, ਠੀਕ ਹੈ। ਤੇ ਆਪਣਾ ਫੀਡਬੈਕ ਨੀਚੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਆ ਕਰੋ ਤੁਹਾਨੂੰ ਵੀਡੀਓ ਕਿਵੇਂ ਲੱਗੀ, ਠੀਕ ਹੈ। ਸੋ ਤੁਹਾਡਾ ਸੋ ਇੱਕ ਲਾਈਕ ਤੇ ਜੋ ਕਮੈਂਟ ਹੈ ਸੋ ਨੈਕਸਟ ਵੀਡੀਓ ਲਈ ਮੋਟੀਵੇਟ ਕਰਦਾ ਮੈਨੂੰ। ਤੇ ਬਹੁਤ ਸਾਰੇ ਦੋਸਤ ਆਪਣੇ ਭੈਣ ਭਰਾ ਕਮੈਂਟ ਕਰਦੇ ਨੇ ਸੋ ਉਹਨਾਂ ਨੂੰ ਦਿਲੋਂ ਥੈਂਕ ਯੂ, ਠੀਕ ਹੈ। ਮੈਂ ਕਮੈਂਟ ਪੜ੍ਹਦਾ ਡੇਲੀ, ਜਿਹੜੇ ਕਿ ਡੇਲੀ ਸਟੂਡੈਂਟ ਕਮੈਂਟ ਕਰਦੇ ਨੇ, ਠੀਕ ਹੈ। ਸੋ ਤੁਸੀਂ ਵੀ ਕਮੈਂਟ ਕਰਿਆ ਕਰੋ ਗਾਇਜ਼। ਤੇ ਮਿਲਦੇ ਆ ਨੈਕਸਟ ਟਾਈਮ ਨੈਕਸਟ ਵੀਡੀਓ ਦੇ ਵਿੱਚ। ਓਕੇ, ਥੈਂਕ ਯੂ, ਥੈਂਕਸ ਫॉर ਵਾਚਿੰਗ।